सतनाम करता पुरख निरभउ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक अद्विती गुरु नानक देवा ओंकार गुर अंगद अभेवा। सतनाम गुर अमर प्यारे करता रामदास गुर बारे। पुरख श्री अर्जन सुखदानी निरपौ हर गोबिंद गुण खानी। निर्वैर गुरु है श्री हर राय अकाल मूरत हर कृष्ण त्याय। अजूनी तेग बहादुर राय सैभं गुर दशमेश सहाय। गुर प्रसाद ग्रंथ गुर ज्ञाना वाहिगुरु बंदन भगवाना। गुरु ग्रंथ कल जुग भयो श्री गुरु रूप महान। दस पातशाहियाँ रूप एहो गुरु ग्रंथ जी जान। जो मुझ वचन सुनन की चाहे ग्रंथ विचार सुनो चित लाए। मेरो रूप ग्रंथ जी जान या मैं भेद न रंचक मान। पूर्ण देखियो आत्मा द्वैत सर्व निवार। भय शांत मन संत जे ते पद नमो हमार। मुकूच रै शास्त्र खट पिंग गिरन चढ़ जाए। अंध लखै बदरो सुनै जो काल कृपा कराए। कहाँ बुद्ध प्रभ तुच्छ हमारी वर्ण सकै महिमा जो तिहारी। हम न सकत कर सिफत तुम्हारी आप लिहो तुम कथा सुधारी। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा साध संगत जी आप सरबत संगतां गुरु नानक दे पावन दरबार विच गुरु नानक दे 11वें ਸਰੂਪ श्री गुरु ग्रंथ साहिब जी की हजूरी हंसां दी न्याई इस मान सरोवर ते सवाईमान हो रहे हो। हुणे हुण चल रहे समागम दे विच सिख जगत दे विच रागी सिंह साहिबानां विच महापुरुषां विच जिन्हां दा बड़ा सत्कार है। कमाई वाली रूह है। संत बाबा अनूप सिंह जी ऊने वाले जिन्हां ने हुणे हुण कीर्तन अमृत रस इहो जी कीर्तन नूं ही इहो जी वातावरण नूं मुख रख के ही भाई गुरदास साहब ने कहा है साध संगत है मानसर। हंस गुरसिख वाहो हंस गुरसिख हन
ਤੇ ਸਾਧ ਸੰਗਤ ਦੇ ਮਾਨ ਸਰੋਵਰ ਦੇ ਉੱਤੇ ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਓ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਇਸ ਵਾਤਾਵਰਨ ਦੇ ਅੰਦਰ ਆਪਣੇ ਸਵਾਸਾਂ ਨੂੰ ਸਫਲੀਕਰਨ ਦਾ ਹਰ ਸਾਲ ਇੱਕ ਬਹੁਤ ਵੱਡਾ ਉਪਰਾਲਾ ਬੜੇ ਲੰਮੇ ਸਮੇਂ ਤੋਂ ਭਾਈ ਰੇਸ਼ਮ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਹੁਣ ਤਾਂ ਇਸ ਟੀਮ ਦੇ ਵਿੱਚ ਭਾਈ ਸੋਹਣ ਸੀ, ਬਹੁਤ ਸਾਰੇ ਗੁਰਮੁਖ, ਸਾਰਿਆਂ ਦੇ ਨਾਂ ਲਈ ਇਹ ਲੰਮੀ ਲਿਸਟ ਹੈ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਨੇ ਇਹਨਾਂ ਨੂੰ ਥਾਪੜਾ ਦਿੱਤਾ। ਸੰਤ ਬਾਬਾ ਕਰਤਾਰ ਸਿੰਘ ਜੀ ਦੀ ਬਰਸੀ ਬਾਬਾ ਸੰਘ ਗੁਰਦੁਆਰੇ ਬਣਾਉਣੇ ਸ਼ੁਰੂ ਕੀਤੀ ਸੀ, ਜੋ ਅੱਜ ਖੁੱਲ੍ਹਿਆਂ ਪੰਡਾਲਾਂ ਦੇ ਅੰਦਰ ਮਹਾਂਪੁਰਖਾਂ ਦੀ ਯਾਦ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੇ ਵਿੱਚ ਦੋਨਾਂ ਦੀ ਸਮਿਲਿਤ ਵਿਚਾਰ। ਸੁਆਉ ਦਾਸ ਨੇ ਜਿੱਥੇ ਲੜੀ ਕੱਲ੍ਹ ਛੱਡੀ ਸੀ, ਮੈਂ ਉਹਦੇ ਅਨੁਸਾਰ ਹੀ ਅੱਜ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਸੰਪਰਦਾ ਦਮਦਮੀ ਟਕਸਾਲ ਸਾਰੀਆਂ ਸਿੱਖ ਜਥੇਬੰਦੀਆਂ ਸਤਿਕਾਰਯੋਗ ਹਨ, ਪਰ ਇਸ ਦਾ ਮੁੱਢ ਬੜਾ ਤਕੜਾ ਹੈ, ਇਹਦੀਆਂ ਜੜ੍ਹਾਂ ਬੜੀਆਂ ਮਜ਼ਬੂਤ ਹਨ। ਹੁਣ ਤਾਂ ਸਿੱਖ ਜਗਤ ਦੀ ਹਰ ਸੰਪਰਦਾ ਉਸ ਮੁੱਢ ਨਾਲ ਹੀ ਜੁੜੀ ਹੋਈ ਹੈ, ਪਰ ਕੁਝ ਸ਼ਾਖਾ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬਹੁਤ ਸੁੰਦਰ ਫਲ ਲੱਗੇ ਹੁੰਦੇ ਨੇ। ਅਜਿਹੀ ਸ਼ਾਖਾ ਹੈ ਤੇ ਇਸ ਸੰਪਰਦਾ ਦੇ ਜਥੇਦਾਰ ਬੰਦਗੀ ਵਾਲੇ ਸਤਿਪੁਰਸ਼ਾਂ ਨੇ ਕਲਗੀਧਰ ਪਾਤਸ਼ਾਹ ਦੀ ਜਿੱਥੇ ਚਲਾਈ ਹੋਈ ਮਰਿਆਦਾ ਦੀ ਅੱਜ ਤੱਕ ਪਿੱਠ ਨਹੀਂ ਲੱਗਣ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਅਥਾਹ ਵਿਸ਼ਵਾਸ ਦੇ ਉੱਤੇ ਪੂਰੀ ਪਹਿਰੇਦਾਰੀ ਕੀਤੀ ਹੈ, ਜੋ ਰਹਿਤ ਬਹਿਤ ਗੁਰੂ ਖਾਲਸੇ ਨੂੰ ਦੱਸੀ। ਜਿਹੜੀਆਂ ਵੀ ਜਥੇਬੰਦੀਆਂ ਨੇ ਉਸੇ ਤਰ੍ਹਾਂ ਬਰਕਰਾਰ ਰੱਖੀ ਹੈ, ਸਭ ਨੂੰ ਇਹ ਨਮਸਕਾਰ ਹੈ। ਪਰ ਸਮਾਗਮ ਸੰਪਰਦਾ ਦਮਦਮੀ ਟਕਸਾਲ ਦਾ ਹੈ। ਇਸ ਕਰਕੇ ਸੰਪਰਦਾ ਦੇ ਮਹਾਂਪੁਰਸ਼ਾਂ ਦੀ ਕੋਈ ਵੀ ਪੱਖ ਲਾਓ, ਜੇ ਸਾਡੇ ਗੁਰੂ ਸਾਹਿਬ ਕੁਰਬਾਨੀਆਂ ਕਰਦੇ ਰਹੇ, ਸ਼ਹੀਦੀਆਂ ਦਿੰਦੇ ਰਹੇ, ਪਰਿਵਾਰ ਦੀਆਂ ਹੋਈਆਂ, ਤੇ ਗੁਰੂ ਸਾਹਿਬਾਨ ਨੇ ਆਪ ਵੀ ਸ਼ਹੀਦੀਆਂ ਦਿੱਤੀਆਂ 5ਵੇਂ ਤੇ 9ਵੇਂ ਜਾਮੇ ਵਿੱਚ। ਸ਼ਹਾਦਤਾਂ ਦੇ ਵਿੱਚ ਵੀ ਸੰਪਰਦਾ ਦਾ ਬਹੁਤ ਵੱਡਾ ਯੋਗਦਾਨ ਹੈ। ਬਾਬਾ ਦੀਪ ਸਿੰਘ ਸਾਹਿਬ ਤੋਂ ਲੈ ਕੇ ਅੱਜ ਤੱਕ ਗਿਣਤੀ ਨਹੀਂ ਹੋ ਸਕਦੀ, ਪਰ ਜਿਹੜੇ ਆਗੂ ਨੇ, ਜਿਹੜੇ ਜਥੇਦਾਰ ਸਨ, ਬਾਬਾ ਦੀਪ ਸਿੰਘ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਇਸ ਟਕਸਾਲ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਬਾਦਸ਼ਾਹ ਦੇ ਜਿੱਥੇ ਸਿੱਕੇ ਘੜੇ ਜਾਂਦੇ ਨੇ, ਸਿੱਕੇ ਘੜਨ ਵਾਲੀ ਉਸ ਜਗ੍ਹਾ ਨੂੰ, ਉਸ ਕਾਰਖਾਨੇ ਨੂੰ ਟੱਕ ਨਾਮ ਟਕਿਆਂ ਦਾ ਹੈ, ਆਲਾ ਨਾਮ ਕਰਦਾ ਹੈ। ਵਿਆਕਰਨ ਦੇ ਅਨੁਸਾਰ ਉਹਦੇ ਵਿੱਚੋਂ, ਕੰਨੇ ਦੇ ਵਿੱਚੋਂ ਐੜਾ ਨਿਕਲਦਾ, ਇਸ ਕਰਕੇ ਸਵਰਨੀ ਅੱਖਰ ਹੋਣ ਕਰਕੇ ਰਾਲਾ ਲੱਲਾ ਸਵਰਨੀ ਅੱਖਰ ਨਾ। ਟਕਿਆਂ ਦਾ ਆਲਾ ਘਰ ਜਿੱਥੇ ਟਕੇ ਘੜੇ ਜਾਣ। ਬਾਦਸ਼ਾਹ ਦੇ ਵੇਲੇ 3 ਪ੍ਰਕਾਰ ਦੇ ਟਕੇ ਘੜ ਹੁੰਦੇ ਸੀ। ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਤੇ ਤਾਂਬੇ ਦੇ ਪੈਸੇ। ਤੇ ਇਸੇ ਤਰ੍ਹਾਂ 3 ਤਰ੍ਹਾਂ ਦੇ ਸਿੱਕੇ ਘੜਨ ਵਾਲੀ
इस टकसाल का मालक किहड़े टके, एक कीमती धन जिथे मोहरां दी न्याई, जिस टकसाल ने बड़े बड़े ब्रह्म ज्ञानी शुद्ध आत्मा जिन्हों ने अपनी आत्मा नूं ब्रह्म रूप करके देखा, जिन्हों ने अपने स्वरूप नूं तिन्ने शरीरां तो परे पंजे कोशां दे परे देखा कि ना मैं 98 कोश हाँ, ना मैं मनोमय कोश हाँ, ना मैं प्राणमय कोश हाँ, ना मैं विज्ञानमय कोश हाँ, ना मैं आनंदमय कोश हाँ। कोश नाम पढ़ते तो ही है, आत्मा के उत्ते ये पढ़ते हैं। 5 कोशां ते 3 देहां दे अंदर आत्मा है, 3 देहां दा पढ़दा इहदे ते। बदाम दा अपना बिल्कुल चिट्टा जिहा रंग है, सफेद, ਉਹਦੇ ਉੱਤੇ थोड़ा जिहा दाखी रंग है, ਉਹਦੇ ਉੱਤੇ बड़ी कठिन एक छिल है जिहड़ी थोड़ियां मार के बनी जाती है। 3 तहां दे अंदर बदाम दा जिवें रूप लुकिया होया है, आत्मा भी 3 शरीरां दे अंदर लुकी हुई है। ते जिन्हां ने अपने स्वरूप नूं ब्रह्म रूप करके देखा, वो ब्रह्म बेते, ब्रह्मनेष्ठी, ब्रह्म ਸਰੋਤਰੀ, सोने की तरह गुरु गोबिंद सिंह साहब की ये टकसाल दे विच वो टके न सोने दियां मोहरां दी ने। सिमरन भजन करन वाले जो अजे उपासना विच हन, अजे उस अवस्था विच न कि दिन राती आराध हो प्यारो निमख न कीजा ढीला, वो चांदी दी न्याई ये टके इस टकसाल विच खड़े गए। गिणती ने किन्ने टके गए। महापुरुषां दे वेले एक गल बड़ी बाकी दियां संप्रदायां च प्रसिद्ध सी, संत ज्ञानी गुरबचन सिंह जी दे वेले। संन्यासी, बैरागी, ब्राह्मण कांसी दे अंदर, हरद्वार दे अंदर लोकी गल्लां करदे हुंदे सी। पिंडरां वाले जथे दा अगर कोई हरद्वार जां कांसी भी सिंह चला जांदा तो आपस विच ही मूँह जोड़ के गल्लां करदे ने, ये बहुत विद्वान हुंदे ने, ये बड़े पढ़े लिखे हुंदे ने, ये अखरां दे जाणू ने। उस वेले एक गल होर बड़ी प्रसिद्ध सी कि पिंडरां वाले जथे दे विच 8 पहर बाणी का प्रवाह चलता रहिंदा है। मैं वो गल नहीं करता भी उत्थे अखंड पाठां दी लड़ियां चलदियां सी, वो तो पिंडरी होणगियां, किते लड़ियां कोतरियां चलियां। जथे विच 150 125 सिंह का जथा भारत के कोने कोने विच महापुरखां ने घूमना। कुछ सिंघां दा 12 बजे तक जिहड़ा नित दा संकल्प सी ने भी इन्नी बाणी रोज़ पढ़नी है, 12 बजे जाके अरदास होंदी सी भी अज दा नितनेम 12 बजे समाप्त होया। ते कुछ सिंघां दा 12 बजे उठ के इशनान करे नितनेम आरंभ हो जाता सी। इउं 8 पहर बाणी किन्नियां सिंघां दे हिरदे दे विच नूं रसना ते आके ये प्रवाह चलदा सी। महापुरखां दी बड़ी पाबंदी सी कि 2 सिंह इकट्ठे हो के जे दुनियावी गल करदे फड़े गए तो दोनों के कछहरे परने चुका देंदे सी, जाओ बई तुसी कुछ खट्टण नहीं आए। कोई अखबार पढ़दा सिंह मिल गया, महापुरख कहंदे तू लीडर बनना है। टैलीविजन की गल तो बहुत दूर की गल, अखबार पढ़दे की शिकायत हो गई, बाबा जी महापुरखों फलाना सिंह अखबार पढ़दा सी, कहंदे जा भी तेरी लोड़ नहीं जथे विच, क्योंकि टकसाल ने टके घड़ने सी जो गुरु गोबिंद सिंह साहब के बेड़े तो चले आ रहे। ये पातशाह का कारखाना है गुरु गोबिंद सिंह साहब का। टकसाल के मालक आप ही न हो, वो मुखी भी आप ही न, अगे चल के जथेदारियां चल रही ने, जथेदारी अपनी अपनी जिम्मेदारी निभा रहे हैं। मालक अज भी गुरु गोबिंद सिंह साहब है टकसाल का, सारे पंथ का मालक है। तो महापुरखों ने
ਪ੍ਰਸ਼ਾਦੇ ਛਕਣ ਜਾਂਦੇ ਹੈ। 150 ਸਿੰਘ 5-5 ਸਿੰਘਾਂ ਦੀ ਮੂਹਰੇ ਕਤਾਰ ਹੈ, ਪਿੱਛੇ ਫਿਰ 5, ਉਦੋਂ ਫਿਰ ਪਿੱਛੇ 5 ਸ਼ਬਦ ਪੜ੍ਹਦੇ ਜਾਣਾ ਤੇ ਰਸਤੇ ਵਿੱਚ ਇੱਕ ਦੂਜੇ ਨਾਲ ਗੱਲ ਨਹੀਂ ਕਰਨੀ। ਜੇ ਗੱਲ ਕਰਨੀ ਹੈ ਤਾਂ ਪਰਮਾਰਥ ਦੀ ਕਰਨੀ ਹੈ, ਕਥਾ ਦੀ ਕਰਨੀ ਹੈ। ਇਉਂ ਸਿੱਕੇ ਘੜੇ ਤੇ ਫਿਰ ਕੁਝ ਅਜਿਹੇ ਵੀ ਸੀ ਜਿਹੜੀ ਚਾਂਦੀ ਦੇ ਸਿੱਕਿਆਂ ਵਿੱਚ ਗਿਣਤੀ ਨਹੀਂ ਆਈ, ਉਹ ਉਪਾਸਨਾ ਵਿੱਚ ਕਾਮਯਾਬ ਨਹੀਂ ਹੋ ਸਕੇ। ਫਿਰ ਉਹ ਤਾਂਬੇ ਦੇ ਪੈਸਿਆਂ ਦੀ ਗਿਣਤੀ 'ਚ ਰਹੇ, ਜਿਨ੍ਹਾਂ ਨੇ ਕਰਮ ਕਾਂਡ ਤਾਂ ਸਿੱਖਿਆ, ਰਹਿਤ ਵੀ ਸਿੱਖੀ, ਭਜਵੇਂ 'ਚ ਕਿਤੇ ਕਿਤੇ ਥੋੜ੍ਹਾ ਬਹੁਤ ਕਮਜ਼ੋਰ ਰਹਿ ਗਏ। ਇਹ 3 ਤਰ੍ਹਾਂ ਦੇ ਕਰਮ, ਉਪਾਸਨਾ, ਗਿਆਨ, ਜਾਂ ਇਸ ਨੂੰ ਇਹ ਸਮਝੋ ਤੇ ਤਾਂਬੇ ਦੀ ਨਿਆਈ ਜਿਹੜੇ ਗੁਰਸਿੱਖ ਦੇ ਨਿੱਤ ਦੇ ਕਰਮ ਨੇ, ਉਹਨਾਂ ਦੇ 'ਚ ਪਰਪੱਕ ਕਰਨਾ। ਉਪਾਸਨਾ ਵਿੱਚ ਉਪਾਸਨਾ ਚਾਂਦੀ ਦੀ ਨਿਆਈ, ਗੁਰਸਿੱਖ ਦਾ ਕਰਮ ਤਾਂਬੇ ਦੀ ਨਿਆਈ, ਗੁਰਸਿੱਖ ਨੂੰ ਜਿਹੜਾ ਬ੍ਰਹਮ ਗਿਆਨ ਹੋਇਆ ਇਹ ਸੋਨੇ ਦੀ ਨਿਆਈ। ਘੜੀ ਹੈ ਸ਼ਬਦ ਸੱਚੀ ਟਕਸਾਲ, ਇਹ ਟਕਸਾਲ ਦਾ ਕੰਮ ਹੈ। ਤੇ ਮਹਾਂਪੁਰਖਾਂ ਦੇ ਜ਼ਿੰਦਗੀ ਦੇ ਘੜੇ ਹੋਏ ਸੋਨੇ ਦੀਆਂ ਮੋਹਰਾਂ ਦੇ ਵਿੱਚੋਂ ਸੁੱਧ ਆਤਮਾ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼। ਤੇ ਮਹਾਂਪੁਰਸ਼ਾਂ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੀ ਮੈਂ ਕੱਲ੍ਹ ਥੋੜ੍ਹੀ ਜਿਹੀ ਵਿਚਾਰ ਸ਼ੁਰੂ ਕੀਤੀ ਸੀ, ਦਾਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਦੇ ਨਿਤਨੇਮ ਦੀ ਗੱਲ ਥੋੜ੍ਹੀ ਜਿਹੀ ਕਰ ਰਹੇ ਸੀ ਭਾਈ ਅਮਨਦੀਪ ਸਿੰਘ ਜੀ। ਉਹ ਵੀ ਗੱਲ ਜਿਹੜੀ ਉਹਨਾਂ ਨੇ ਕੀਤੀ, ਮੈਂ ਉਸ ਗੱਲ ਨੂੰ ਕੋਈ ਨਾ ਕੱਟਦਾ ਅਤੇ ਨਾ ਮੈਂ ਉਸ ਗੱਲ 'ਤੇ ਕੋਈ ਕਿੰਤੂ ਨਹੀਂ ਮੈਨੂੰ ਹੈ, ਠੀਕ ਹੈ। ਪਰ ਜਿੱਥੇ ਤੱਕ ਬਾਣੀ ਦੇ ਨਿਤਨੇਮ ਦੀ ਗੱਲ ਹੈ, ਬਾਬਾ ਦੀਪ ਸਿੰਘ ਜੀ 101 ਪਾਠ ਤਾਂ ਇਕੱਲੇ ਜਪਜੀ ਸਾਹਿਬ ਦਾ ਹੀ ਨਿਤਨੇਮ ਸੀ ਉਹਨਾਂ ਦਾ। 5 ਗ੍ਰੰਥੀ ਦਾ ਸਾਰਾ ਪਾਠ ਬਾਅਦ ਵਿੱਚ ਵੱਖਰਾ ਹੈ। ਅੱਜ ਵੀ ਉਹਨਾਂ ਦੇ ਕਮਰ ਕਸੇਗਾ ਗੁਟਕਾ ਦੇਖੋ ਤੁਸੀਂ, ਦਮਦਮਾ ਸਾਹਿਬ ਦਰਸ਼ਨ ਕਰੋ ਉਹਦੇ 'ਚ ਕਿੰਨੀ ਦਸਮ ਦੀ ਬਾਣੀ ਹੈ, ਔਰ ਉਸ ਗੁਟਕੇ ਦਾ ਹੈਡਿੰਗ ਪੜ੍ਹੋ, ਉਹਦੇ 'ਤੇ ਕੀ ਲਿਖਿਆ ਹੈ। ਉਸ ਗੁਟਕੇ ਦੇ ਲਿਖਿਆ ਕਮਰ ਕਸਾ ਗੁਟਕਾ ਬਾਬਾ ਦੀਪ ਸਿੰਘ ਜੀ ਕਾ। ਕਮਰ ਕਸਾ ਗੁਟਕਾ ਬਾਬਾ ਦੀਪ ਸਿੰਘ ਜੀ ਕਾ। ਜਿਨ੍ਹਾਂ ਦੇ ਧੜ ਤੋਂ ਸਿਰ ਵੱਖਰੇ ਹੋ ਗਏ ਤੇ ਫਿਰ ਵੀ ਧੜ ਲੜਦੇ ਗਏ। ਇਹ ਬਾਪੀ ਦੀ ਬਾਣੀ ਤੇ ਨਿਸ਼ਚਾ ਹੈ, ਨਿਸ਼ਚਾ ਲੜਿਆ ਹੈ, ਸ਼ਕਤੀ ਲੜੀ ਹੈ। ਉਹਨਾਂ ਨੂੰ ਤਾਂ ਦਸਮ ਦੀ ਬਾਣੀ ਦੇ ਵਿੱਚ ਕਿਤੇ ਵੀ ਕਿੰਤੂ ਨਾ ਫੁਰਿਆ ਸਾਰੀ ਜ਼ਿੰਦਗੀ। ਆ ਜਿਹੜੇ ਭਾਈਆਂ ਨੇ ਕਦੇ ਪੜ੍ਹਿਆ ਹੀ ਨਹੀਂ, ਇਹਨਾਂ ਨੂੰ ਕਿੰਤੂ ਫੁਰਨ ਲੱਗ ਗਏ। ਕਦੇ ਵੀ ਨਹੀਂ ਪੜ੍ਹਿਆ, ਕਿਸੇ ਤੋਂ ਨਹੀਂ ਪੜ੍ਹਿਆ। ਜੇ ਪੜ੍ਹਿਆ ਤਾਂ ਕਿਤੇ ਵਿੱਚੋਂ ਅਖਬਾਰਾਂ 'ਚ ਤੁਕਾਂ ਪੜ੍ਹੀਆਂ। ਆਹ ਦੇਖੋ ਜੀ, ਆਹ ਤੁਕ ਕਿੱਥੋਂ ਪੜ੍ਹੀ ਜੀ? ਅਖਬਾਰ 'ਚੋਂ ਪੜ੍ਹੀ ਹੈ। ਦਾਸ ਨਿਸ਼ਚੇ ਨਾਲ ਕਹਿੰਦਾ ਹੈ, ਅਗਰ ਚੰਗੇ ਉਸਤਾਦ ਤੋਂ ਸ੍ਰੀ ਦਸਮ ਗ੍ਰੰਥੀ ਕਿਸੇ ਨੇ ਸੰਥਾ ਲਈ ਹੋਵੇ, ਜੇ ਕਿੰਤੂ ਫੁਰ ਜਾਏ ਤਾਂ ਮੈਨੂੰ ਉਲਾਂਭਾ ਦੇ ਦੇਣਾ। ਆਦ ਤੋਂ ਅੰਤ ਤੱਕ ਕਿਤੇ ਵੀ ਕਿੰਤੂ ਨਹੀਂ ਫਰੇਗਾ। ਨੀਮ ਹਕੀਮ ਜਾਨ ਦਾ ਖਤਰਾ ਹੋ ਰਿਹਾ ਹੈ। ਤਰਤੀਬ ਅਨੁਸਾਰ ਪੜ੍ਹਦੇ ਜਾਈਏ ਤੇ ਬਾਬਾ ਦੀਪ ਸਿੰਘ ਦੇ ਕਮਰ ਕਸੇ ਦੇ ਗੁਟਕੇ 'ਚ ਉਹ ਬਾਣੀ ਵੀ ਹੈ ਜਿਹੜੀ ਬਾਣੀ ਨੂੰ ਉਛਾਲਦੇ ਫਿਰਦੇ ਨੇ, ਮਹਾਰਾਜ ਦੀ ਨਹੀਂ ਹੋ ਸਕਦੀ, ਬਾਬਾ ਜੀ ਦੇ ਕਮਰ ਕਸੇ 'ਚ ਆਓ। ਉਹ ਨਿੱਤ ਪੜ੍ਹਦੇ ਨੇ, ਉਹਨਾਂ ਨੂੰ ਫਰਕ ਨਹੀਂ ਪੈ ਰਿਹਾ, ਤੇ ਹੁਣ ਵਾਲਾ ਦੂਰ ਤੋਂ ਹੀ ਫਰਕ ਪਈ ਜਾ ਰਿਹਾ। ਗੁਰੂ ਕਿਰਪਾ ਕਰੇ ਇਹਨਾਂ ਨੂੰ ਵੀ ਮਹਾਰਾਜ ਸਮੱਤ ਦੇ ਦੇਣ। ਬਾਬਾ ਦੀਪ ਸਿੰਘ ਸਾਹਿਬ ਦੇ ਨਿਤਨੇਮ ਦੀ ਔਰ ਉਹਨਾਂ ਦੇ ਜਪ ਤਪ ਦੀ ਗੱਲ ਕਰੀਏ, ਭੋਰੇ ਵਿੱਚ ਬੈਠ ਕੇ ਛੋਲੇ ਭੁੱਜੇ, ਗੁੜ ਰੱਖਿਆ, ਪਾਣੀ ਦੀ ਬੋਲੀ ਹੈ, ਉਹਦਾ ਇੰਤਜ਼ਾਮ ਹੈ, ਰਾਤ ਨੂੰ ਕਿਰਿਆ ਕਰੇ। ਉਹਨੇ ਬਾਹਰ ਜਾ ਕੇ ਤੇ ਸਿੰਘਾਂ ਨੂੰ ਬੇਨਤੀ ਕੀਤੀ ਹੈ, ਸਿੰਘੋ ਜਦੋਂ ਮੇਰੇ ਸ਼ੀਸ਼ ਦੀ ਲੋੜ ਪੈ ਜਾਏ ਪੰਥ ਨੂੰ ਤਾਂ ਇੱਕ ਚਿੱਠੀ ਇਸ ਝਰੋਖੇ 'ਤੇ ਸੁੱਟ ਦੇਣੀ ਤੇ ਮੈਂ ਭੋਰੇ ਤੋਂ ਬਾਹਰ ਆ ਜਾਵਾਂਗਾ।
ਉਹਨਾਂ ਦਾ ਤਾਂ ਹਰ ਵੇਲੇ ਹੀ ਨਿਤਨੇਮ ਸੀ। ਉਹਨਾਂ ਦੇ ਨਿਤਨੇਮ ਦੇ ਕੋਈ ਪੈਮਾਨੇ ਨਾਲ ਮਿਣ ਨਹੀਂ ਸਕਦਾ ਕਿੰਨਾ ਨਿਤਨੇਮ ਸੀ। ਕੁਰਬਾਨੀਆਂ ਦਾ ਪੱਖ ਲਈਏ ਤਾਂ ਸੰਪਰਦਾ ਦੇ ਆਗੂਆਂ ਨੇ, ਜਥੇਦਾਰਾਂ ਨੇ, ਜਦੋਂ ਲੋੜ ਪਈ ਬਾਬਾ ਦੀਪ ਸਿੰਘ ਜੀ ਦੀ ਨੰਗੀ ਜੱਟੀ ਕੁਰਬਾਨੀ ਹੈ, ਸਿਰ ਧੜ ਵੱਖਰੇ ਹੋ ਗਏ। ਜੇ ਬਚਨ ਕੀਤਾ ਹੈ ਗੁਰੂ ਰਾਮਦਾਸ ਦੇ ਦਰ ਤੇ ਲੋਕੀ ਪੈਸਿਆਂ ਦੀ ਭੇਟ ਚੜਾਉਂਦੇ ਨੇ, ਫੁੱਲ ਚੜਾਉਂਦੇ, ਕੋਈ ਕੁਛ ਚੜਾਉਂਦਾ, ਕੋਈ ਕੁਛ ਚੜਾਉਂਦਾ, ਕੋਈ ਪਦਾਰਥ ਲੈ ਕੇ ਆਉਂਦਾ। ਇਹ ਟਕਸਾਲ ਦਾ ਮੁਖੀ ਇੱਕ ਐਸਾ ਹੈ ਜਿਹੜਾ ਆਪਣੇ ਸਿਰ ਦੀ ਭੇਟ ਲੈ ਕੇ ਕਹਿੰਦਾ ਬਾਬਾ ਆਹ ਸਾਂਭ, ਬਚਨ ਕੀਤਾ ਸੀ, ਇਹ ਸੰਭਾਲ ਲੈ ਆਪਣਾ ਸੀਸ। ਫਿਰ ਵਾਰੀ ਆਉਂਦੀ ਹੈ ਬਾਬਾ ਗੁਰਬਖਸ਼ ਸਿੰਘ ਦੀ। ਸੀਸ ਦੇਣਾ ਪਿਆ ਤਾਂ 30,000 ਫੌਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ। ਇੱਕ ਜਥੇਦਾਰ ਦੀ ਪ੍ਰਕਰਮਾਂ ਦੇ ਵਿੱਚ ਯਾਦ ਹੈ ਬਾਬਾ ਦੀਪ ਸਿੰਘ ਜੀ ਦੀ। ਦੂਸਰੀ ਅਕਾਲ ਤਖਤ ਦੇ ਪਿਛਲੇ ਪਾਸੇ ਫਿਰ ਗਾਹੇ ਬਗਾਹੇ ਪੰਥ ਨੂੰ ਲੋੜ ਪੈਂਦੀ ਹੈ ਤਾਂ ਜਪ ਤਪ ਕਰਦੇ। ਜੇ ਗਿਆਨੀ ਸੰਤ ਸਿੰਘ ਜੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ, ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹਨਾਂ 'ਤੇ ਇੰਨਾ ਭਰੋਸਾ ਕਰਦਾ ਹੈ। ਸਿੰਘ ਸਾਹਿਬ ਜੀ ਨੂੰ ਵੱਡੀਆਂ ਵੱਡੀਆਂ ਜ਼ੰਗੀਰਾਂ ਉਹਨਾਂ ਦੇ ਪਰਿਵਾਰ ਦੇ ਲਈ ਰਾਜਿਆਂ ਮਹਾਰਾਜਿਆਂ ਵਾਲਾ ਰਹਿਣ ਸਹਿਣ ਦਿੱਤਾ ਹੈ, ਕਿਉਂਕਿ ਸਿੰਘ ਸਾਹਿਬ ਨੂੰ। ਪਰ ਜਦੋਂ ਕਿਤੇ ਲੋੜ ਪੈਂਦੀ ਹੈ ਸ਼ੇਰੇ ਪੰਜਾਬ ਆ ਪਹੁੰਚਦਾ ਸਿੰਘ ਸਾਹਿਬ ਜੀ। ਹੁਣ ਇਸ ਮੁਹਿੰਮ ਦੇ ਵਿੱਚ ਤੁਹਾਨੂੰ ਵੀ ਜਾਣਾ ਪਏਗਾ, ਮੇਰੇ ਵੱਸ ਦੀ ਗੱਲ ਨਹੀਂ। ਫਿਰ ਇਹ ਟਕਸਾਲ ਦਾ ਮੁਖੀ ਗਿਆਨੀ ਸੰਤ ਸਿੰਘ ਜਿਹਦੀ ਤਾਂਕ ਵਿਦਿਆ ਦੀ ਕੰਸੀ ਤੱਕ ਪਈ ਹੋਈ ਹੈ, ਜਿਹੜਾ ਇੱਕ ਆਪਣਾ ਵਿਦਿਆਰਥੀ ਤਿਆਰ ਕਰਦਾ ਹੈ, ਛੋਟੀ ਜਿਹੀ ਉਮਰ 'ਚ ਵਿਦਿਆਰਥੀ ਆਉਂਦਾ ਹੈ, ਭਾਈ ਸੰਤੋਖ ਸਿੰਘ। ਉਹਨੂੰ ਪੜ੍ਹਾਉਣਾ ਸ਼ੁਰੂ ਕਰਦੇ ਨੇ ਗਿਆਨੀ ਸੰਤ ਸਿੰਘ। ਉਹਨਾਂ ਦੇ ਚਾਚੇ ਦੇ ਕੋਲ ਰਿਹਾਇਸ਼ ਹੈ, ਕਿਉਂਕਿ ਬੱਚਾ ਸੀ, ਚਾਚਾ ਭਤੀਜਾ ਉੱਥੇ ਇੱਕ ਪਾਸੇ ਰਹਿੰਦੀ ਆ, ਕਮਰਾ ਲਿਆ ਹੋਇਆ, ਅਤੇ ਸੰਥਿਆ ਕਰਦੇ ਨੇ, ਚਲੇ ਜਾਂਦੇ ਨੇ। ਜੋ ਗੁਰਮਤਿ ਦੀ ਵਿਦਿਆ ਸੀ। ਔਰ ਭਾਈ ਸੰਤੋਖ ਸਿੰਘ ਜੀ ਨੇ ਵਾਰ-ਵਾਰ ਜ਼ਿਕਰ ਕੀਤਾ ਹੈ ਕਿ ਮੇਰੇ ਵਿਦਿਆ ਦਾਤੇ ਗਿਆਨੀ ਸੰਤ ਸਿੰਘ, ਮੈਂ ਉਹਨਾਂ ਤੋਂ ਪੜ੍ਹਿਆ। ਅਤੇ ਭਾਈ ਸੰਤੋਖ ਸਿੰਘ ਜੀ ਨੇ ਜੋ ਉਹਨਾਂ ਦੀ ਕੁਰਬਾਨੀਆਂ, ਸਾਰੀ ਜ਼ਿੰਦਗੀ ਖਾਲਸੇ ਵਿੱਚ ਕੁਝ ਤੇਗ ਦੇ ਧਨੀ, ਕੋਈ ਕਿਰਪਾਨ ਦੇ ਧਨੀ, ਕੁਝ ਕਲਮ ਦੇ ਧਨੀ ਵੀ ਨਾ। ਭਾਈ ਸੰਤੋਖ ਸਿੰਘ ਕਲਮ ਦੇ ਧਨੀ ਨਿਕਲੇ। ਉਹ ਆਪਣੇ ਉਸਤਾਦ ਦੀ ਤਰ੍ਹਾਂ ਤੇਗ ਲੈ ਕੇ ਮੈਦਾਨੇ ਜੰਗ 'ਚ ਤਾਂ ਨਹੀਂ ਗਏ, ਪਰ ਕਰਮ ਲੈ ਕੇ ਜੋ ਉਹਨਾਂ ਨੇ ਕੀਤਾ, ਉਹਨਾਂ ਦੇ ਉਚਾਰਨ ਕੀਤੇ ਹੋਏ ਦੋਹਰਿਆਂ, ਕਵਿਤਾਂ, ਸਵਈਆਂ ਦੇ ਅਰਥ ਕਰਨ ਵਾਸਤੇ ਵੀ ਮਿਹਨਤ ਦੀ ਲੋੜ ਪੈਂਦੀ ਹੈ। ਬੜੀ ਹੈਰਾਨੀ ਹੁੰਦੀ ਹੈ ਜਦੋਂ ਭਾਈ ਸੰਤੋਖ ਸਿੰਘ ਸਾਹਿਬ ਦੀ ਐਡੀ ਵੱਡੀ ਮਿਹਨਤ ਨੂੰ ਰੋਲਣ ਵਾਸਤੇ, ਪੈਰਾਂ 'ਚ ਮਧੋਲਣ ਵਾਸਤੇ ਕੁਝ ਵੀਰ ਸਟੇਜਾਂ 'ਤੇ ਬਹਿ ਕੇ ਭਾਈ ਸੰਤੋਖ ਸਿੰਘ ਤੋਂ ਖਿਲਾਫ ਬੋਲਦੇ ਨੇ, ਤਾਂ ਬੜਾ ਦੁੱਖ ਹੁੰਦਾ ਹੈ ਉਹਨਾਂ ਦੇ ਅਣਜਾਣਪਣੇ 'ਤੇ। ਵੀ ਕੈਸਾ ਅਣਜਾਣਪਣਾ ਹੈ। ਕਿਤੇ ਵਿਚਾਰ ਕਰਕੇ ਦੇਖੋ, ਭਾਈ ਸੰਤੋਖ ਸਿੰਘ ਦੇ ਖੇਤ ਵਿੱਚ ਨਿਰੇ ਧਾਨ ਬੀਜੇ ਹੋਏ ਸਨ। ਧਾਨ ਜੇ ਡੀਲਾ ਜੰਮਿਆ ਤਾਂ ਬਾਅਦ ਵਿੱਚ ਗੋਡੀ ਕਿਹਨੇ ਕਰਨੀ ਸੀ, ਰੰਬਾ ਕਿਹਨੇ ਫੜਨਾ ਸੀ, ਧਾਨਾਂ ਦੀ ਰਖਵਾਲੀ ਕਿਹਨੇ ਕਰਨੀ ਸੀ। ਇਹ ਪੰਥ ਦਾ ਕੰਮ ਸੀ। ਭਾਈ ਸੰਤੋਖ ਸਿੰਘ ਨੇ ਕੁਛ ਵੀ ਗਲਤ ਨਹੀਂ ਸੀ ਲਿਖਿਆ। ਗੁਰੂ ਪਿਆਰਿਓ, ਅੱਜ ਸਾਡੇ ਸੰਪਰਦਾ ਦੇ ਵੀ ਕੁਝ ਗਿਆਨੀ ਸਿੰਘ ਉਹ ਵੀ ਕਹਿ ਦਿੰਦੇ ਆ ਜੀ ਆਹ ਭਾਈ ਸੰਤੋਖ ਸਿੰਘ ਤੋਂ ਜੀ ਗਲਤ ਲਿਖਿਆ ਗਿਆ। ਕਿਤੇ ਨਾ ਕਿਤੇ ਅਸੀਂ ਵੀ ਉਹਨਾਂ ਲੋਕਾਂ ਨੂੰ ਇਹ ਸਹਾਰਾ ਦੇ ਦਿੰਦੇ ਹਾਂ। ਮੇਰੇ ਕੋਲ ਸਬੂਤ ਨੇ ਇਸ ਗੱਲ ਦੇ ਕਿ ਭਾਈ ਸੰਤੋਖ ਸਿੰਘ ਸਾਹਿਬ ਦੀ ਰਚਨਾ ਨੂੰ ਵਿਗਾੜਿਆ ਕਿਵੇਂ ਗਿਆ ਸੀ, ਕਿੱਥੇ ਵਿਗਾੜਿਆ, ਕਿਵੇਂ ਵਿਗਾੜਿਆ ਸੀ। ਜਿਸ ਵੇਲੇ ਭਾਈ ਸੰਤੋਖ ਸਿੰਘ ਸਾਹਿਬ ਗੁਰਪ੍ਰਤਾਪ ਸੂਰਜ ਗ੍ਰੰਥ ਲਿਖ ਰਹੇ ਸਨ, ਉਹ ਸਿੱਖੀ ਵਿੱਚ ਕਿੰਨੇ ਪੱਕੇ ਸੀ। ਮਹਾਰਾਜਾ ਉਦੇ ਸਿੰਘ ਕੈਂਥਲ ਦਾ ਮਹਾਰਾਜਾ, ਭਾਈ ਸਾਹਿਬ ਦੀ ਬੰਸ ਵਿੱਚੋਂ ਹੈ। ਉਹ ਭਾਈ ਸਾਹਿਬ ਨੂੰ ਪਟਿਆਲੇ ਰਾਜ ਕਵੀਆਂ ਦੇ ਵਿੱਚੋਂ ਲੈ ਕੇ ਗਿਆ। ਉੱਥੇ
भाई साहब जी सूरज प्रकाश लिखना आरंभ किया। तो एक दिन महाराज उदय सिंह एक उन्हों की पुस्तक हथ लगती है, छोटा जिहा टीका जपजी साहब का। उस वेले दे राजे यहो जे नहीं सी जिहे जे अज धर्म के आगू साडे बने फिरदे है। उस वेले इन्हां दी अखां खुलियां होंदियां सी। राजनीति सी जिहड़ी धर्म दे हेठ रह के करदे सी, प्रभाव धर्म दा सी। जदों महाराजे ने पढ़िया तो भाई संतोख नूं कहण लगे, भाई साहब सूरज प्रकाश तां बाद दे विच लिख लिओ, तो काम पहलां आह करन वाला है। आ देखो की कढ मारिया उसने। पंथ दोखी ने जपजी साहब नूं उहदे अर्थां दे विच इन्ना कुछ गलत कह दिता जिहड़ा बर्दाश्त दे काबिल नहीं है। पढ़ो, भाई संतोख सिंह ने पढ़िया। उहदे विच की सी लिखिया, गुरु नानक दे 6 गुरु लिखे होए, जपजी साहब दे टीके च लिखे। गुर ईश्वर, गुरु गोरख ब्रह्मा, गुर पार्वती माई, 3 ਉਹ ਤੇ 3 ਉਹਨਾਂ ਦੇ ਘਰ ਵਾਲੀਆਂ ਸਾਰੇ ही गुरु बना ਦਿੱਤੇ। गुरुआं दा पूरी एक लाइन ला ਦਿੱਤੀ गुरु नानक साहब वास्ते। की करोगे ऐसे गुरु घर दे ਜਿਹੜੇ ਢਾਹਾਂ ਲਾਉਣ वाले लोग न, किते 6 गुरु, किते इन्हां नूं फिर विश्वास नहीं ਉਹਦੇ ਤੇ भी ਇਹ सही सी गुरु नानक दा गुरु। कई संत रैण नूं गुरु हुण तक बनाई फिरदे है। गुरु साहब दा जी गुरु सी वो संत रैण। जे किसी भुखे नूं किसी ने रोटी दे दी वो गुरु बन गया। वो तो ये कहेगा मेरा दाता जी ने मैनूं रोटी देती। और संत रैण ने तो इत्थे तक कहा, जदों चेलियां ने कह दिता सी कि इहा जिहा भागशाली किते किते कोई दानी पुरुष मिलता है, जो कुछ ही सारे ही दे गया, तो तुसीं इहनूं सेवा नहीं करन दित्ती। संत रैण दे शब्द की सी चेलियां नूं? ਉਹ ਕਹਿੰਦੇ ਤੁਹਾਡੇ ਕੋਲ ਅੱਖਾਂ ਨਹੀਂ, ਇਹ ਕਰਤਾਰ ਹੈ ਸੰਸਾਰ ਨੂੰ ਰੋਜੀ ਦੇਣ ਵਾਲਾ, ਇਹਦੇ ਕੋਲੋਂ ਸੇਵਾ ਨਹੀਂ ਸੀ ਕਰਾ ਸਕਦੇ, ਰੋਜੀ ਦੇ ਕੇ ਚਲਾ ਗਿਆ। ਇਹਦਾ ਤੇਜ ਪ੍ਰਤਾਪ ਮੇਰੇ ਤੋਂ ਝੱਲ ਨਹੀਂ ਸੀ ਹੁੰਦਾ। ਤੋ ਇਸ ਕਰਕੇ ਭਾਈ ਸੰਤੋਖ ਸਿੰਘ ਨੇ ਕਲਮ ਚੁੱਕੀ। ਜਿਹੜਾ ਉਹਨੇ ਲਿਖਿਆ ਸੀ ਕਿ ਇਹਦੇ ਵਿੱਚ ਕੋਈ ਅਲੰਕਾਰ ਨਹੀਂ, ਭਾਈ ਸਾਹਿਬ ਨੇ 83 ਅਲੰਕਾਰ ਲਿਖੇ। ਵਿਦਵਾਨ 84 ਕਹਿੰਦੇ ਨੇ, ਪਰ ਮੈਂ ਇਹਦੇ ਭਾਲ ਵਿੱਚ ਜਿਹੜਾ 84ਵਾਂ ਮੈਨੂੰ ਲੱਭਾ ਨਹੀਂ, ਉਹਦੇ 'ਚ 83 ਜਿਹੜੇ ਉਹ ਮੇਰੀ ਪਕੜ ਵਿੱਚ ਆਏ। ਜਪਜੀ ਸਾਹਿਬ ਦੇ ਇਕੱਲੇ ਦੇ ਵਿੱਚ 83 ਅਲੰਕਾਰ ਗਿਣਤੀ 'ਚ ਆ ਗਏ। ਇੱਕ ਇੱਕ ਪੌੜੀ 'ਚ ਕਈ ਅਲੰਕਾਰ। ਉਹ ਕਹਿੰਦਾ ਕੋਈ ਅਲੰਕਾਰ ਨਹੀਂ। ਭਾਈ ਸਾਹਿਬ ਨੇ ਸਿੱਧ ਕੀਤਾ, ਉਹਦਾ ਨਾਂ ਰੱਖਿਆ ਗਰਭ ਗੰਜਨੀ ਟੀਕਾ। ਗਰਭ ਦਾ ਅਰਥ ਹੈ ਹੰਕਾਰ, ਗੰਜਨ ਦਾ ਅਰਥ ਹੈ ਤੋੜਨਾ। ਉਸ ਮਨਮਤੀ ਦੇ ਹੰਕਾਰ ਨੂੰ ਭੰਨਣ ਵਾਲਾ ਉਹ ਜਪਜੀ ਸਾਹਿਬ ਭਾਈ ਸਾਹਿਬ ਦਾ ਟੀਕਾ ਲਿਖਿਆ, ਉਹਦਾ ਨਾਂ ਗਰਭ ਗੰਜਨੀ ਟੀਕਾ। ਆਨੰਦ ਕੰਨ ਸਾਧੂ ਨੇ ਇਹ ਵਿਗਾੜ ਕੇ ਲਿਖਿਆ ਸੀ, ਉਹਦਾ ਨਾਂ ਸੀ ਆਨੰਦ ਕੰਨ। ਤੇ ਜਿਹੜਾ ਭਾਈ ਸਾਹਿਬ ਇੱਕ ਇੰਨੀ ਕੁ ਗੱਲ ਪਿੱਛੇ ਆਪਣਾ ਕੰਮ ਲਿਖਤ ਛੱਡ ਕੇ ਉਹਦੇ ਉੱਤਰ ਦੇਣ ਦੇ ਲਈ ਮੈਦਾਨ ਵਿੱਚ ਉਤਰਦਾ ਹੈ, ਤੇ ਫਿਰ ਉਹ ਗੁਰਮਤਿ ਤੋਂ ਉਲਟ ਗੱਲਾਂ ਲਿਖੂਗਾ ਆਪਣੇ ਗ੍ਰੰਥ ਦੇ ਵਿੱਚ। ਭਾਈ ਸਾਹਿਬ ਨੇ ਕੁਛ ਵੀ ਗਲਤ ਨਹੀਂ ਸੀ ਲਿਖਿਆ। ਹਾਂ, ਹੋਇਆ ਕਿ ਜੋ ਅੱਜ ਸਾਨੂੰ ਮਿਲਦਾ ਹੈ ਇਹਦੇ 'ਚ ਬਹੁਤ ਕੁਛ ਗਲਤ ਲਿਖਿਆ ਵਾ ਮਿਲਦਾ ਹੈ। ਇਹਦੀ ਸੁਧਾਈ ਕੀਤੀ ਡਾਕਟਰ ਭਾਈ ਵੀਰ ਸਿੰਘ ਜੀ ਨੇ। ਐਸਾ ਬਰੀਕ ਝਾਰਾ ਲਾਇਆ, ਦੁੱਧ ਤੇ ਪਾਣੀ ਨਿਖੇਰ ਕੇ ਰੱਖ ਦਿੱਤਾ ਭਾਈ ਵੀਰ ਸਿੰਘ ਨੇ, ਕਸਵੱਟੀਆਂ ਤੇ ਲਾ ਕੇ ਰੱਖ ਦਿੱਤਾ। ਬਾਰ-ਬਾਰ ਲਿਖਣੀ, ਇਹ ਅਖੇਪਾਕਾਰ ਨੇ ਐਸਾ ਲਿਖਿਆ, ਮਤਲਬ ਵਿੱਚ ਰਲਾ ਕਰਨ ਵਾਲੇ ਨੇ ਐਸਾ ਲਿਖਿਆ। ਉਹਦੇ 'ਚ ਮੈਂ ਇੱਕ ਛੋਟੀ ਜਿਹੀ ਮਿਸਾਲ ਆਪ ਜੀ ਨੂੰ ਦੇ ਕੇ ਅੱਗੇ ਗੱਲ ਤੋਰਦਾ। ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਚਕ ਨਿਕਲ ਆਈ, ਮਾਤਾ ਨਿਕਲ ਆਈ, ਤੇ ਮਾਤਾ ਗੰਗਾ ਜੀ ਉਸ ਨੂੰ ਦੁਰਗਿਆਣੇ ਮੰਦਿਰ ਵਿੱਚ ਮੱਥਾ ਟਿਕਾਉਣ ਵਾਸਤੇ ਲੈ ਕੇ ਗਏ। ਕੀ ਭਾਈ ਸਾਹਿਬ ਨੂੰ ਪਤਾ ਨਹੀਂ ਸੀ ਵੀ ਇਸ ਘਰ ਦੇ ਵਿੱਚ ਤਾਂ ਇੰਨਾ ਖੰਡਣਾ, ਆਪਣੀ ਲਿਖਤ ਦੇ ਵਿੱਚ ਕਿੰਨਾ ਖੰਡਨ ਕਰ ਰਹੇ। ਹੁਣ ਸੂਰਜ ਪ੍ਰਕਾਸ਼ ਲਿਖਿਆ ਹੈ, ਪ੍ਰਚਾਰ ਦੇ ਵਿੱਚ ਆ ਗਈ ਗੱਲ ਇਹ ਕਿ ਭਾਈ ਸੰਤੋਖ ਸਿੰਘ ਨੇ ਲਿਖਿਆ। ਜਦੋਂ ਕਿ ਖੋਜ ਦੱਸਦੀ ਹੈ ਕਿ ਭਾਈ ਸੰਤੋਖ ਸਿੰਘ ਨੇ ਸੰਮਤ 1900 ਸੰਪੂਰਨ ਹੁੰਦਾ ਹੈ, ਸਾਵਣ ਦੇ ਮਹੀਨੇ
1900 ਦੇ 'ਚ ਇਹ ਗ੍ਰੰਥ ਸੰਪੂਰਨ ਕਰਕੇ ਪੰਥ ਦੇ ਹਵਾਲੇ ਕਰ ਦਿੱਤਾ। 1906 ਦੇ ਵਿੱਚ ਦੁਰਗਿਆਣਾ ਮੰਦਰ, ਜਿੱਥੇ ਕੋਈ ਨਵਾਂ ਨਿਸ਼ਾਨ ਨਹੀਂ ਸੀ, ਭਾਈ ਸਾਹਿਬ ਦੇ ਵੇਲੇ ਦੁਰਗਿਆਣਾ ਮੰਦਰ ਦੀ ਨੀਂਹ ਰੱਖੀ ਜਾਂਦੀ ਹੈ। ਅਤੇ ਦੁਰਗਿਆਣਾ ਮੰਦਰ ਉਦੋਂ ਜਦੋਂ ਗ੍ਰੰਥ ਪੂਰਾ ਹੋ ਕੇ ਅਕਾਲ ਤਖਤ 'ਤੇ ਪਹੁੰਚਿਆ ਅਤੇ ਦੁਰਗਿਆਣਾ ਮੰਦਰ ਉਦੋਂ ਬਾਅਦ ਬਣਨਾ ਸ਼ੁਰੂ ਹੁੰਦਾ ਹੈ। ਅਤੇ ਲਿਖ ਦਿੱਤਾ ਵੀ ਉੱਥੇ ਮਾਤਾ ਜੀ ਮੱਥਾ ਟਿਕਾਉਣ ਗਏ। ਭਾਈ ਸੰਤੋਖ ਸਿੰਘ ਨੇ ਸੱਚਖੰਡ ਤੋਂ ਆ ਕੇ ਲਿਖਦਾ 2 ਮਹੀਨੇ ਬਾਅਦ ਤਾਂ ਚੜ੍ਹਾਈ ਕਰ ਗਏ ਸੀ ਉਹ। ਭਾਈ ਸੰਤੋਖ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ, ਅਤੇ ਅੱਜ ਵੀ ਬਦਨਾਮੀ ਭਾਈ ਸੰਤੋਖ ਸਿੰਘ ਦੀ ਹੋ ਰਹੀ ਹੈ। ਇਹੋ ਜਿਹੀਆਂ ਸੈਂਕੜੇ ਗੱਲਾਂ ਮੈਂ ਆਪ ਜੀ ਨੂੰ ਸੂਰਜ ਪ੍ਰਕਾਸ਼ ਤੋਂ ਦੱਸ ਸਕਦਾ ਹਾਂ, ਸਾਬਤ ਕਰ ਸਕਦੇ ਵੀ ਭਾਈ ਸਾਹਿਬ ਨੇ ਨਹੀਂ ਲਿਖੀਆਂ ਸੀ। ਕੀ ਹੋਇਆ ਮੈਂ ਜਾਣਾ ਤਾਂ ਕਿਸੇ ਹੋਰ ਪਾਸੇ ਸੀ, ਪਰ ਮੈਂ ਇਹ ਗੱਲ ਆਪ ਜੀ ਦੇ ਨਾਲ ਸਾਂਝੀ ਕਰ ਲਾਂ, ਕਿਉਂਕਿ ਅੱਜ ਬਹੁਤ ਸਾਰੇ ਗੁਰਦੁਆਰਿਆਂ 'ਚ ਸੂਰਜ ਪ੍ਰਕਾਸ਼ ਦੀ ਕਥਾ ਬੰਦ ਕਰਾਈ ਜਾ ਰਹੀ ਹੈ, ਇਹ ਕਹਿ ਕੇ ਕਿ ਇਹਦੇ 'ਚ ਦੀ ਮਨਮੱਤ ਦੀਆਂ ਗੱਲਾਂ ਬਹੁਤ। ਭਾਈ ਸੰਤੋਖ ਸਿੰਘ ਦੇ ਵੇਲੇ ਉੱਥੇ ਬ੍ਰਾਹਮਣਾਂ ਦਾ 200 ਘਰ ਹੈ। ਬ੍ਰਾਹਮਣਾਂ ਦੇ 200 ਘਰ ਦੇ ਵਿੱਚ ਬੜੇ ਬੜੇ ਵਿਦਵਾਨ ਬ੍ਰਾਹਮਣ, ਮਹਾਰਾਜਾ ਉਦੇ ਸਿੰਘ ਦੇ ਉਸ ਰਾਜ ਦੇ ਵਿੱਚ ਵੀ ਕੁਝ ਬ੍ਰਾਹਮਣ ਵਿਦਵਾਨ, ਭਾਈ ਸਾਹਿਬ ਨੂੰ ਜਿਹੜੇ 4 ਲਿਖਾਰੀ ਦਿੱਤੇ ਗਏ ਉਹ ਵੀ ਬ੍ਰਾਹਮਣ ਸੀ। ਅਤੇ ਭਾਈ ਸਾਹਿਬ ਕੇਵਲ ਰਚਨਾ ਕਰਦੇ ਸੀ, ਆਪਣੇ ਰੰਗ ਵਿੱਚ ਆ ਕੇ 5-7 ਫੁੱਟ ਇੱਧਰ ਨੂੰ ਤੁਰ ਪਏ, ਇੱਧਰ ਨੂੰ ਤੁਰ ਪਏ, ਕਵਿਤ, ਸਵਈਏ, ਦੋਹਰੇ, ਇੱਕ ਛੋਟਾ ਜਿਹਾ ਫੁੱਟਾ ਸੀ ਹੱਥ ਵਿੱਚ, ਪੂਰੇ ਤਾਲ ਪੂਰ ਕੇ ਵੀ ਸਹੀ ਵੀ ਹੈ ਮਾਤਰਾ। ਉਹ ਸੰਗੀਤ ਦੇ ਬਹੁਤ ਮਾਹਰ ਸੀ, ਲਿਖਾਰੀ ਲਿਖਦੇ ਸੀ। ਬ੍ਰਾਹਮਣਾਂ ਦੇ ਮਨ ਵਿੱਚ ਉਸੇ ਵੇਲੇ ਹੀ ਬੇਈਮਾਨਾ ਸੀ, ਉਹ ਕਿਤੇ ਕਿਤੇ ਆਪਣੀ ਮਰਜ਼ੀ ਨਾਲ ਲਿਖਦੇ, ਅਤੇ ਭਾਈ ਸਾਹਿਬ ਨੂੰ ਇੱਕ ਲਾਹਾ ਸੀ ਕਿਤੇ ਜ਼ਿੰਦਗੀ ਮੁੱਕ ਨਾ ਜਾਏ ਅਤੇ ਇਹ ਕਾਰਜ ਪੂਰਾ ਹੋ ਜਾਏ। ਅਤੇ ਭਾਈ ਸਾਹਿਬ ਨੇ ਸੋਚਿਆ ਵੀ ਗ੍ਰੰਥ ਪੂਰਾ ਹੋਣ ਤੋਂ ਬਾਅਦ ਸਦਾਈ ਬਾਅਦ 'ਚ ਕਰ ਲਵਾਂਗੇ। ਉਹ ਭਾਈ ਸਾਹਿਬ ਦੇ ਵੇਲੇ ਵੀ ਕਿਤੇ ਕਿਤੇ ਬ੍ਰਾਹਮਣਾਂ ਨੇ ਆਪਣੀ ਮਨਮਤ ਕੀਤੀ ਸੀ। ਜਦੋਂ ਭਾਈ ਸਾਹਿਬ ਦੇ ਨਿਗਾਹ ਪਈ, ਉਹਨਾਂ ਨੇ ਵਿਰੋਧ ਕੀਤਾ। ਵਿਰੋਧ ਇਸ ਹੱਦ ਤੱਕ ਕੀਤਾ ਵੀ 3 ਵਾਰ ਸੂਰਜ ਪ੍ਰਕਾਸ਼ ਛੱਡ ਕੇ ਭਾਈ ਸਾਹਿਬ ਚਲੇ ਗਏ ਕਿ ਕੱਲ੍ਹ ਨੂੰ ਬਦਨਾਮੀ ਮੇਰੀ ਹੋਏਗੀ ਅਤੇ ਆਹ ਕੁਛ ਹੋ ਰਿਹਾ ਹੈ। ਦਾਨੇ ਬੰਦੇ ਕਹਿੰਦੇ ਭਾਈ ਸਾਹਿਬ ਗ੍ਰੰਥ ਪੂਰਾ ਕਰ ਲਓ, ਬਾਅਦ ਵਿੱਚ ਸ਼ੋਧ ਕਰ ਲਾਂਗੇ। ਫਿਰ ਉਹਨਾਂ ਨੇ ਦੋਹਰੇ ਬਣਾ ਕੇ ਨਾਲ ਲਿਖੇ, ਅਤੇ ਆ ਕਿ ਵੀ ਜੇ ਮੇਰੀ ਜ਼ਿੰਦਗੀ ਮੁੱਕ ਜਾਏ, ਉਹਨਾਂ ਨੂੰ ਇਹ ਨਹੀਂ ਸੀ ਪਤਾ ਤੁਹਾਡੀ ਜ਼ਿੰਦਗੀ ਤੋਂ ਬਾਅਦ ਹੋਰ ਬਹੁਤ ਬੜਾ ਰਲਾ ਹੋਣਾ ਇਹਦੇ 'ਚ। ਥੋੜ੍ਹਾ ਹੀ ਰਲਾ ਹੋਇਆ ਸੀ ਉਹ, ਜਿਹੜਾ ਬਹੁਤਾ ਰਲਾ ਵੀ ਨਹੀਂ ਸੀ ਲੱਗਦਾ। ਬ੍ਰਾਹਮਣਾਂ ਨੇ ਸ਼ਰਾਰਤ ਉਦੋਂ ਹੀ ਸ਼ੁਰੂ ਕਰ ਦਿੱਤੀ ਸੀ। ਅਤੇ ਭਾਈ ਸਾਹਿਬ ਜੀ ਨੇ ਸੋਚਿਆ ਵੀ ਇਸ ਗ੍ਰੰਥ ਨੂੰ, ਇਹ ਪਵਿੱਤਰ ਦੁੱਧ ਨੂੰ, ਇਹਦੇ 'ਚ ਕੋਈ ਮੱਖੀ ਨਾ ਡਿੱਗ ਜਾਏ, ਇਹਦਾ ਵੱਡਾ ਢੱਕਣ ਜੇ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਹੈ, ਇਹ ਸੁਰੱਖਿਅਤ ਉੱਥੇ ਹੋ ਸਕਦਾ ਗ੍ਰੰਥ। ਉਹ ਲੈ ਕੇ ਪਹੁੰਚਦੇ ਨੇ। ਇਹ ਟਕਸਾਲ ਦੇ ਲਿਖਾਰੀ ਦੀ ਜ਼ਿੰਦਗੀ ਭਰ ਦੀ ਮਿਹਨਤ ਹੈ। ਉਹਨਾਂ ਨੇ ਸੋਚਿਆ ਮੇਰੇ ਵਿਦਿਆ ਦਾਤੇ ਦਾ ਸਪੁੱਤਰ ਗਿਆਨੀ ਗੁਰਮੁਖ ਸਿੰਘ ਅੱਜ ਸਿੰਘ ਸਾਹਿਬ ਹੈ, ਮੇਰਾ ਗੁਰੂ ਭਾਈ ਵੀ ਹੈ, ਮੇਰੇ ਵਿਦਿਆ ਦਾਤੇ ਦਾ ਪੁੱਤਰ ਵੀ ਹੈ। ਮੈਂ ਇਹ ਗ੍ਰੰਥ ਜਾ ਕੇ ਪੰਥ ਨੂੰ ਸੌਂਪ ਦਿਆਂ, ਸਿੰਘ ਸਾਹਿਬ ਨੂੰ ਕਹਾਂ ਲਓ ਵੀ ਹੁਣ ਤੁਸੀਂ ਇਹ ਪੰਥ ਦੇ ਹਵਾਲੇ ਹੈ ਅਤੇ ਇਹਨੂੰ ਸੰਭਾਲਣਾ। ਭਾਈ ਸਾਹਿਬ ਲੈ ਕੇ ਆਉਂਦੇ ਨੇ। ਗਿਆਨੀ ਗੁਰਮੁਖ ਸਿੰਘ ਨੂੰ ਪਤਾ ਲੱਗਦਾ ਹੈ, ਅਤੇ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੋਊਗਾ ਇਹਦਾ ਅਨੁਮਾਨ ਤੁਸੀਂ ਲਾ ਲਓ। ਅਤੇ ਭਾਈ ਸੰਤੋਖ ਸਿੰਘ ਨੂੰ ਦੇਖਣ ਵਾਸਤੇ ਵੀ ਉਹ ਗੁਰਮੁਖ ਆ ਰਿਹਾ ਜਿਹਨੇ ਸੂਰਜ ਪ੍ਰਕਾਸ਼ ਲਿਖਿਆ, ਐਡੀ ਵੱਡੀ ਭੀੜ ਸੀ ਵੀ ਗੁਰੂ ਰਾਮਦਾਸ ਸਰਾਂ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ 2 ਪਾਸਿਆਂ ਦੀ ਕੰਧ ਵਾਂਗੂ ਬੰਦੇ ਨਾਲ ਬੰਦਾ ਜੁੜਿਆ ਹੈ, ਬੀਬੀਆਂ, ਕਿ ਭਾਈ ਸਾਹਿਬ ਦੇ ਦਰਸ਼ਨ ਹੋ ਜਾਣ। ਅਤੇ ਅੱਜ ਵਾਲੇ ਨਾਂ ਸੁਣਨ ਨੂੰ ਤਿਆਰ ਨਹੀਂ ਸੰਤੋਖ ਸਿੰਘ ਦਾ। ਸਿੱਖੀ ਤੁਹਾਡੇ 'ਚ ਪੱਕੀ ਹੋ ਗਈ, ਜਿਹੜੇ ਨਫ਼ਰਤ ਕਰਦੇ ਹੋ ਕਿ ਉਹਨਾਂ 'ਚ ਪੱਕੀ ਸੀ। ਅਕਾਲ ਤਖਤ ਦਾ ਜਥੇਦਾਰ ਔਰ ਸਿੰਘ ਸਾਹਿਬ ਮੁੱਖ ਗ੍ਰੰਥੀ ਸੋਨੇ ਦੀ ਪਾਲਕੀ ਭੇਜਦਾ ਕਿ ਭਾਈ ਸਾਹਿਬ ਨੇ ਕਿਹੋ ਤੁਰ ਕੇ ਨਾ ਆਉਣਾ, ਅਸੀਂ ਸੋਨੇ ਦੀ ਪਾਲਕੀ 'ਚ ਬਿਠਾ ਕੇ ਲੈ ਕੇ ਆਉਣਾ, ਕਿਉਂਕਿ ਪੰਥ ਲਈ ਕਾਰਜ ਬਹੁਤ ਵੱਡਾ ਕੀਤਾ ਹੈ। ਸ਼ਾਸਤਰਕਾਰਾਂ ਦਾ ਇਹ ਬਚਨ ਵਾਰ-ਵਾਰ ਯਾਦ ਆਉਂਦਾ ਹੈ, ਗੁਣ ਕੌਣ ਹੈ ਗੁਣਬਾਨਨ ਕੋ, ਖਲ ਮੂਰਖ ਤੋਂ ਜੋ ਨਹਿ ਲਤਾੜੇ। ਕਹਿੰਦੇ ਕਿਹੜਾ ਗੁਣ ਹੈ ਗੁਣਬਾਨਾਂ ਦਾ ਜਿਹੜਾ ਮੂਰਖਾਂ ਨੇ ਆਪਣੇ ਪੈਰਾਂ ਦੇ ਹੇਠ ਲੱਤੜ ਨਹੀਂ ਦਿੱਤਾ। ਭਾਈ ਸੰਤੋਖ ਸਿੰਘ ਨੂੰ ਵੀ ਲੱਤੜਿਆ। ਪਾਲਕੀ ਜਾਂਦੀ ਹੈ, ਭਾਈ ਸੰਤੋਖ ਸਿੰਘ ਕਹਿੰਦੇ ਕੀ ਹੈ,
ਕਹਿੰਦੇ ਜੀ ਦੇਖੋ ਤੁਹਾਡਾ ਬਿਰਧ ਸਰੀਰ ਹੋ ਗਿਆ ਹੈ, ਇੰਨੀ ਮਿਹਨਤ ਕੀਤੀ ਹੈ, ਤੁਰਨ ਦੇ ਵਿੱਚ ਵੀ ਦਿਖਦਾ ਵੀ ਸਿੰਘ ਸਾਹਿਬ ਦਾ ਹੁਕਮ ਹੈ ਵੀ ਪਾਲਕੀ ਵਿੱਚ ਬੈਠ ਕੇ ਜਾ। ਕਹਿੰਦੇ ਅੱਛਾ ਹੁਕਮ ਹੈ ਭਾਈ, ਹੁਕਮ ਤਾਂ ਫਿਰ ਮੰਨਣਾ ਪਊਗਾ। ਪਾਲਕੀ ਦੇ ਵਿੱਚ ਬੈਠੇ, ਉਸੇ ਵੇਲੇ ਉਤਰ ਕੇ ਪਾਲਕੀ ਨੂੰ ਮੱਥਾ ਟੇਕਦਾ, ਜੀ ਹੁਕਮ ਮੰਨੇਗਾ, ਜਾਊਂਗਾ ਮੈਂ ਤੁਰ ਕੇ, ਮੈਂ ਪਾਲਕੀ 'ਚ ਬਹਿ ਕੇ ਨਹੀਂ ਜਾਣਾ। ਐਡਾ ਪੱਕਾ ਸਿੱਖ ਸੀ ਭਾਈ ਸੰਤੋਖ ਸਿੰਘ। ਇਹ ਲਿਖਤ ਹੈ, ਇਹ ਇਤਿਹਾਸ ਹੈ ਭਾਈ ਸਾਹਿਬ ਦਾ। ਹਰਿਮੰਦਰ ਸਾਹਿਬ ਦੇ ਜਾਂਦੇ ਨੇ, ਅਰਦਾਸ ਹੁੰਦੀ ਹੈ, ਅਕਾਲ ਤਖਤ ਦੇ ਜਾਂਦੇ, ਸਿੰਘ ਸਾਹਿਬ ਪੁੱਛਦੇ ਨੇ ਗੁਰਮੁਖ ਸਿੰਘ ਜੀ ਕਿ ਭਾਈ ਸਾਹਿਬ ਜੀ ਅਰਦਾਸ ਕੀ ਕਰਨੀ ਹੈ, ਕੀ ਕਹਿਣਾ ਹੈ ਅਰਦਾਸ ਵਿੱਚ? ਆਪਾਂ ਪੁੱਛ ਹੀ ਲੈਣਾ ਜਿਹਨੇ ਅਰਦਾਸ ਕਰਾਉਣੀ ਹੁੰਦੀ ਹੈ। ਉਹ ਕਹਿੰਦਾ ਜੀ ਮੈਨੂੰ ਦੁੱਧ ਦੀ ਲੋੜ ਹੈ, ਪੁੱਤ ਦੀ ਲੋੜ ਹੈ, ਤੰਦਰੁਸਤੀ ਦੀ ਲੋੜ ਹੈ। ਭਾਈ ਸਾਹਿਬ ਜੀ ਕਹਿੰਦੇ ਜੀ ਅਰਦਾਸ ਵਿੱਚ ਇਹ ਅੱਖਰ ਕਹਿ ਦਿਓ ਵੀ ਅੱਜ ਤੋਂ ਬਾਅਦ ਇਸ ਗ੍ਰੰਥ ਦੇ ਉੱਤੇ ਨਾ ਮੇਰਾ, ਨਾ ਮੇਰੇ ਪਰਿਵਾਰ ਦਾ, ਨਾ ਮੇਰੇ ਬੱਚਿਆਂ ਦਾ, ਕਿਸੇ ਦਾ ਕੋਈ ਅਧਿਕਾਰ ਨਹੀਂ। ਇਹ ਅੱਜ ਤੋਂ ਬਾਅਦ ਪੰਥ ਦੀ ਇਮਾਨਤ ਹੋ ਗਈ ਹੈ। ਇਹ ਅਰਦਾਸ ਕਰ ਦਿਓ। ਅੱਜ ਕੋਈ ਛੋਟਾ ਜਿਹਾ ਵੀ ਪੈਂਪਲੇਟ ਜਿਹਾ ਲਿਖੇ ਨਾ, ਇੰਨਾ ਕੁ, ਐਵੇਂ ਉਹਦੇ 10 ਪੱਤਰੇ ਹੋਣ ਭਾਵੇਂ ਉਹ 'ਤੇ ਲਿਖਿਆ ਹੁੰਦਾ ਸਭ ਹੱਕ ਰਾਖਵੇਂ ਹਨ, ਬਿਨਾਂ ਆਗਿਆ ਕੋਈ ਨਾ ਛੁਪਾਵੇ। ਸਾਰੀ ਜ਼ਿੰਦਗੀ ਦੀ ਕਮਾਈ ਤੁਹਾਡੇ ਹਵਾਲੇ ਕੀਤੀ, ਤਾਂ ਫਿਰ ਇਹਦੇ 'ਚ ਰਲਾ ਕਿਵੇਂ ਹੋਇਆ? ਮੈਂ ਇਹ ਗੱਲ ਆਪ ਜੀ ਨੂੰ ਦੱਸਣੀ ਚਾਹੁੰਦਾ। ਇੱਕ ਟਕਸਾਲ ਦੇ ਐਡੇ ਵੱਡੇ ਵਿਦਵਾਨ ਨੂੰ, ਜਿਹਨੇ ਪ੍ਰਤੱਖ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ, ਰੋਲਿਆ ਕਿਵੇਂ ਲੋਕਾਂ ਨੇ? ਗੱਲ ਕਿਤੇ ਰਹਿ ਨਾ ਜਾਏ। ਭਾਈ ਸਾਹਿਬ ਜੀ ਨੂੰ ਅਜੇ ਸੂਰਜ ਪ੍ਰਕਾਸ਼ ਵਿਚਾਲੇ ਸੀ, ਸੱਦਾ ਆ ਗਿਆ ਅਕਾਲ ਪੁਰਖ ਦਾ, ਅਤੇ ਭਾਈ ਸਾਹਿਬ ਨੂੰ ਅਨੁਭਵ ਹੋ ਗਿਆ ਕਿ ਜਾਣ ਦਾ ਸਮਾਂ ਆ ਗਿਆ, ਅਤੇ ਉੱਠੇ, ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ੍ਹ ਕੇ, ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾਤਾ, ਤੇਰੇ ਦਰ 'ਤੇ ਜੋ ਵੀ ਆਇਆ ਕੋਈ ਖਾਲੀ ਨਹੀਂ ਗਿਆ। ਇਹ ਤੇਰਾ ਨਿਮਾਣਾ ਜਿਹਾ ਸਿੱਖ 19 ਕੁ ਉਮਰ ਮੰਗਦਾ ਹੈ, ਜਿੰਨੀ ਕੁ ਉਮਰ ਦੇ ਨਾਲ ਸੂਰਜ ਪ੍ਰਕਾਸ਼ ਪੂਰਾ, ਉਹ ਤੋਂ ਬਾਅਦ ਮੈਨੂੰ ਜਦੇ ਵੀ ਲਾ ਲਿਓ ਭਾਵੇਂ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ 1 ਸਾਲ ਦੀ ਉਮਰ ਇਹਨੂੰ ਦਿੰਦੇ ਹੈ, ਕਹਿੰਦੇ ਤੇਰਾ ਕਾਰਜ ਇਹਦੇ 'ਚ ਪੂਰਾ ਹੋ ਜਾਏਗਾ, ਵਿਗੜ ਨਹੀਂ ਪਏਗਾ। ਔਰ ਭਾਈ ਸਾਹਿਬ ਲਿਖਦੇ ਵੀ ਅੰਗਰੇਜ਼ਾਂ ਦਾ ਭਾਵੇਂ ਹਮਲਾ ਵੀ ਹੋ ਗਿਆ ਸੀ, ਮੈਨੂੰ ਕਲਗੀਧਰ ਪਾਤਸ਼ਾਹ ਨੇ ਬਚਾ ਕੇ ਰੱਖਿਆ। ਕਿਤੇ ਪੜ੍ਹ ਕੇ ਦੇਖਿਓ। ਤੇ ਜਿਸ ਵੇਲੇ ਸੂਰਜ ਪ੍ਰਕਾਸ਼ ਅਕਾਲ ਤਖਤ ਸੌਂਪਦਾ, 2 ਮਹੀਨੇ ਬਾਅਦ ਭਾਈ ਸਾਹਿਬ ਜੀ ਜੋਤੀ ਜੋਤ ਸਮਾ ਗਏ। ਉਮਰ 19 ਸੀ। ਹੱਥ ਲਿਖਤ ਹੈ ਤੇ ਲੜੀਵਾਰ ਹੈ। ਇਸੇ ਕਰਕੇ ਅਰਥ ਕਰਨ ਵਾਲੇ ਨੇ ਪਦ ਛੇਦ ਦੇ ਵਿੱਚ ਬਹੁਤ ਕੁਝ ਗੜਬੜ ਹੋ ਗਈ। ਤੇ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਗਿਆਨੀ ਸੰਤ ਸਿੰਘ ਦੇ ਸੁਪੁੱਤਰ, ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਬਹੁਤ ਨੇੜੇ ਸੀ। ਸ਼ੇਰੇ ਪੰਜਾਬ ਦੇ ਨੇੜੇ ਇਹਨਾਂ ਦਾ ਪਿਤਾ, ਤੇ ਉਹਨਾਂ ਦੇ ਪਰਿਵਾਰ ਦੇ ਨੇੜੇ ਗੁਰਮੁਖ ਸਿੰਘ। ਤੇ ਉਧਰ ਅੰਗਰੇਜ਼ 3 ਐਂਗਲਾਂ 'ਤੇ ਕੰਮ ਕਰ ਰਿਹਾ ਸੀ ਉਸ ਵੇਲੇ, ਕਿ ਸਾਰਾ ਹਿੰਦੁਸਤਾਨ ਸਾਡੇ ਅਧੀਨ ਹੋ ਗਿਆ, ਪਰ ਪੰਜਾਬ ਦੇ ਸਰਦਾਰਾਂ ਨੇ, ਸਿੱਖਾਂ ਨੇ ਸਾਨੂੰ ਪੈਰ ਨਹੀਂ ਧਰਨ ਦਿੱਤਾ ਪੰਜਾਬ ਦੀ ਜ਼ਮੀਨ 'ਤੇ। ਇਹ ਉਨਾ ਚਿਰ ਹੈ ਜਿੰਨੀ ਦੇਰ ਤੱਕ ਸ਼ੇਰੇ ਪੰਜਾਬ ਜਿਉਂਦਾ ਹੈ। ਉਹਨਾਂ ਨੇ ਵਿਉਂਤ ਉਸ ਤੋਂ ਪਹਿਲਾਂ ਬਣਾਉਣੀ ਸ਼ੁਰੂ ਕੀਤੀ। 3 ਐਂਗਲਾਂ 'ਤੇ ਕੰਮ ਕੀਤਾ ਸਰਕਾਰ ਨੇ। ਉਹ ਕੀ ਸੀ? ਇਹਨਾਂ ਦਾ ਇਤਿਹਾਸ ਕਿਵੇਂ ਵਿਗਾੜਨਾ ਹੈ, ਨੰਬਰ 1 ਸੀ ਗੱਲ ਹੈ। ਇਹਨਾਂ ਸਿੱਖਾਂ ਨੂੰ ਆਪਸ ਵਿੱਚ ਕਿਵੇਂ ਪਾੜਨਾ ਹੈ, ਕਿਉਂਕਿ ਜਿੰਨੀ ਦੇਰ ਤੱਕ ਇਹ ਇੱਕ ਨਾ, ਅਸੀਂ ਕਾਮਯਾਬ ਨਹੀਂ ਹੋ ਸਕਾਂਗੇ। ਇਹਨਾਂ ਦਾ ਈਮਾਨ ਗੁਰੂ ਗ੍ਰੰਥ ਸਾਹਿਬ ਤੋਂ ਕਿਵੇਂ ਤੋੜਨਾ ਹੈ, ਇਹ 3 ਐਂਗਲਾਂ 'ਤੇ ਕੰਮ ਕੀਤਾ। ਔਰ ਅੰਗਰੇਜ਼ ਦਾ ਖੋਟਾ ਬੀਜ ਬੀਜਿਆ ਹੋਇਆ ਅੱਜ ਤੱਕ ਪ੍ਰਫੁੱਲਤ ਹੋਇਆ ਹੋਇਆ। ਅੱਜ ਤੱਕ ਲੜਦੇ ਹਾਂ ਅਸੀਂ। ਮੈਂ ਜ਼ਬਾਨੀ ਨਹੀਂ ਕਹਿ ਰਿਹਾ ਗੁਰੂ ਪਿਆਰਿਓ, ਮੇਰੇ ਕੋਲ ਅੰਗਰੇਜ਼ ਦੀ ਮੀਟਿੰਗਾਂ ਦੀ ਉਸ ਵੇਲੇ ਦੀ ਕਾਪੀ ਹੈ, ਜਿੱਥੇ ਇਹਨਾਂ ਨੇ ਮੀਟਿੰਗ ਕੀਤੀ, ਜਿੱਥੇ ਇਹਨਾਂ ਨੇ ਤੈਅ ਕੀਤਾ ਕੀ ਕਰਨਾ ਹੈ, ਜਿੱਥੇ ਇਹਨਾਂ ਨੇ ਵਿਉਂਤ ਬਣਾਈ ਕਿ 10ਮ ਗ੍ਰੰਥ ਤੋਂ ਖਤਰਾ ਹੈ, 10ਮ ਗ੍ਰੰਥ ਪੜ੍ਹਨ ਵਾਲੇ ਰਾਜ ਲੈਣਗੇ। ਬੜੀ ਮੁਸ਼ਕਲ ਨਾਲ ਮਿਲੀ ਹੈ, ਪਰ ਮਿਲ ਗਈ। ਸੰਭਾਲ ਕੇ ਰੱਖੀ ਹੈ, ਕਿਤੇ ਪੰਥ ਦੇ ਕੰਮ ਆਏਗੀ, ਸੁਰੱਖਿਅਤ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਇਤਿਹਾਸ ਦੇ ਵਿਗਾੜਨ ਦੀ ਲੜੀ ਕਿੱਥੋਂ ਸ਼ੁਰੂ ਹੁੰਦੀ ਹੈ, ਕਿਵੇਂ ਸੂਰਜ ਪ੍ਰਕਾਸ਼ ਨੂੰ ਵਿਗਾੜਿਆ ਗਿਆ, ਬੜੀ ਦਰਦਨਾਕ ਕਹਾਣੀ ਹੈ। ਸ਼ੇਰੇ ਪੰਜਾਬ ਅੱਖਾਂ ਮੀਚ ਗਿਆ, ਤੇ ਸ਼ੇਰੇ ਪੰਜਾਬ ਦੇ ਹੁੰਦੇ ਹੀ ਡੋਗਰੇ ਭਰਾ ਜਿਹੜੇ ਸੀ,
ਇਹ ਖਰੀਦੇ ਗਏ ਸੀ, ਇਹਦੇ 'ਚ ਕੋਈ ਦੋ ਰਾਵਾ ਨਹੀਂ। ਸ਼ੇਰੇ ਪੰਜਾਬ ਦੇ ਵਿੱਚ ਇੱਕੋ ਹੀ ਨੁਕਸ ਵੀ ਜਿਹਦੇ 'ਤੇ ਵਿਸ਼ਵਾਸ ਕਰਦਾ ਸੀ ਉਹਦੇ 'ਤੇ ਬੇਵਿਸ਼ਵਾਸੀ ਕਰਦਾ ਹੀ ਨਹੀਂ ਸੀ। ਡੋਗਰਿਆਂ 'ਤੇ ਵਿਸ਼ਵਾਸ ਸੀ ਕਿ ਮੇਰੇ ਨੇ, ਉਹ ਹੈ ਨਹੀਂ ਸੀ, ਅੰਗਰੇਜ਼ ਦੇ ਸੀ। ਧਿਆਨ ਸਿੰਘ ਹੋਰੀ, ਲਾਲ ਸਿੰਘ ਹੋਰੀ। ਤਾਂ ਜਿਸ ਵੇਲੇ ਸ਼ੇਰੇ ਪੰਜਾਬ ਦੇ ਪਰਿਵਾਰ ਦੇ ਵਿੱਚ ਅੰਗਰੇਜ਼ ਦੀ ਵਿਉਂਤਬੰਦੀ ਅਨੁਸਾਰ ਇੱਕ ਤੋਂ ਬਾਅਦ ਦੂਜਾ ਕਤਲ ਹੁੰਦਾ, ਸ਼ੇਰੇ ਪੰਜਾਬ ਦੇ ਬੱਚੇ ਕਤਲ ਹੋਏ, ਦੇ ਸ਼ਹਿਜ਼ਾਦੇ ਕਤਲ ਹੋਏ, ਮਾਰ ਤਾੜ ਸ਼ੁਰੂ ਹੋ ਗਈ, ਬੇਵਿਸ਼ਵਾਸੀ ਫੌਜਾਂ ਵਿੱਚ ਪੈਦਾ ਹੋ ਗਈ। ਫੌਜ ਦੇ ਸਿਪਾਹੀ ਰੋਂਦੇ ਸੀ, ਹੋ ਕੀ ਗਿਆ? ਕਾਬਲ ਕੰਧਾਰ ਦੀਆਂ ਕੰਧਾਂ ਕਮਾਉਣ ਵਾਲੇ ਖਾਲਸੇ ਦਾ ਜੋ ਹਾਲ ਕੀ ਹੋ ਗਿਆ। ਤੇ ਉਸ ਵੇਲੇ ਫਿਰ ਜਦੋਂ ਇਹ ਕਤਲਗਾਹ ਚੱਲ ਰਹੀ ਸੀ ਤੇ ਸਿੰਘਾਂ ਨੇ ਇਸ ਬੇਈਮਾਨ ਦਾ ਕਤਲ ਕਰ ਦਿੱਤਾ। ਧਿਆਨ ਸਿੰਘ ਦਾ ਕਤਲ ਹੋ ਗਿਆ। ਧਿਆਨ ਸਿੰਘ ਦੇ ਕਤਲ ਹੋਣ ਤੋਂ ਇੱਕ ਤੂਫਾਨ ਉੱਠਿਆ। ਧਿਆਨ ਸਿੰਘ ਦੇ ਲੜਕੇ ਨੇ ਕਿਹਾ, ਸ਼ੇਰੇ ਪੰਜਾਬ ਦੇ ਪਰਿਵਾਰ ਦਾ ਸਭ ਤੋਂ ਵਫਾਦਾਰ ਖਾਨਦਾਨ ਹੈ ਗਿਆਨੀ ਸੰਤ ਸਿੰਘ ਦਾ। ਉਹਨੇ ਲਾਹੌਰ ਦੇ ਅੰਦਰ ਵਿਉਂਤਬੰਦੀ ਬਣਾਈ। ਉਹਨੇ ਕਿਹਾ ਗਿਆਨੀ ਗੁਰਮੁਖ ਸਿੰਘ ਨੂੰ ਪਰਿਵਾਰ ਸਮੇਤ ਖਤਮ ਕਰ ਦਿੱਤਾ ਜਾਏ। ਵਿਉਂਤਬੰਦੀ ਬਣਾਈ ਤੇ ਉੱਥੋਂ ਹੀ ਕੋਈ ਵਫਾਦਾਰ ਸਿੰਘ ਸਾਹਿਬ ਦਾ ਪਹੁੰਚਿਆ, ਉਹ ਬਾਹੋਂ ਦਾ ਹੀ ਆਇਆ। ਉਹਨੇ ਕਿਹਾ ਗਿਆਨੀ ਗੁਰਮੁਖ ਸਿੰਘ ਜੀ, ਜੇ ਜਾਨ ਬਚਾਅ ਹੁੰਦੀ ਹੈ, ਪਰਿਵਾਰ ਬਚਾਅ ਹੁੰਦਾ, ਬਚਾ ਲਓ। ਤੇ ਤੁਹਾਡੇ ਲਈ ਇਹ ਵਿਉਂਤ ਬਣ ਚੁੱਕੀ ਹੈ ਤੇ ਤੁਹਾਡਾ ਕੱਲ੍ਹ ਨੂੰ ਕਤਲ ਹੋ ਜਾਣਾ ਹੈ। ਧਿਆਨ ਸਿੰਘ ਦੇ ਬੱਚਿਆਂ ਨੇ ਮੁੱਖ ਨਿਸ਼ਾਨਾ ਤੁਹਾਨੂੰ ਬਣਾਇਆ ਹੈ। ਤੁਸੀਂ ਸ਼ੇਰੇ ਪੰਜਾਬ ਦੇ ਵਫਾਦਾਰ ਹੋ ਖਾਨਦਾਨ। ਭਾਈ ਗੁਰਮੁਖ ਸਿੰਘ ਨੂੰ ਆਪਣਾ ਪਰਿਵਾਰ ਲੈ ਕੇ ਰਾਤ ਹਰੀਕੇ ਪੱਤਣ ਉੱਥੇ ਪਹੁੰਚ ਕੇ ਆਪਣੀ ਜਾਨ ਤੇ ਪਰਿਵਾਰ ਦੀ, ਉਸ ਵੇਲੇ ਇਹ ਸੂਰਜ ਪ੍ਰਕਾਸ਼ ਉੱਥੇ ਹੀ ਰਹਿ ਗਿਆ। ਨਹੀਂ ਸੀ ਚੁੱਕ ਸਕਦੇ। ਅਨੰਦਪੁਰ ਸਾਹਿਬ ਦੀ ਲੜਾਈ 'ਚ ਗੁਰੂ ਸਾਹਿਬ ਨੇ ਚੁੱਕ ਲਿਆ ਸੀ ਸਾਰਾ ਕੁਝ, ਰਹਿ ਗਿਆ ਉੱਥੇ ਵੱਡਾ ਖਜ਼ਾਨਾ। ਔਰ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਧਿਆਨ ਸਿੰਘ ਐਸ ਨੀਚਤਾਈ ਤੱਕ ਪਹੁੰਚ ਜੂਗਾ ਵੀ ਉਹਨੇ ਗ੍ਰੰਥ ਤੋਂ ਕੀ ਲੈਣਾ ਹੈ। ਧਿਆਨ ਸਿੰਘ ਦੇ ਹੋਰ ਤਾਂ ਕੁਛ ਨਾ ਹੱਥ ਲੱਗਿਆ, ਗੁਰਮੁਖ ਸਿੰਘ ਦਾ ਤਾਂ ਕੋਈ ਬੱਚਾ ਵੀ ਨਾ ਹੱਥ ਲੱਗਿਆ, ਇਹਦੇ ਹੱਥ ਲੱਗਿਆ ਸੂਰਜ ਪ੍ਰਕਾਸ਼। ਇਹ ਚੁੱਕ ਕੇ ਲੈ ਗਿਆ। ਇਹਨੇ ਚੁੱਕ ਕੇ ਲਿਜਾ ਕੇ ਅੰਗਰੇਜ਼ ਨੂੰ ਦਿੱਤਾ। ਅੰਗਰੇਜ਼ ਨੇ ਇਹਦੇ 'ਚ 4-5 ਸਾਲ ਇਹਦੇ ਤੇ ਕੰਮ ਕੀਤਾ, ਵਿਗਾੜਨ ਤੇ ਹਥਿਆਰ ਵੀ ਸਿੱਖ ਦੇ ਹੱਥ ਵਿੱਚ ਫੜਾਇਆ ਤੇ ਕਤਲ ਵੀ ਸਿੱਖ ਦਾ ਕੀਤਾ। ਦੇਖੋ ਕੈਸੀ ਵਿਉਂਤਬੰਦੀ ਹੈ ਦੁਸ਼ਮਣ ਦੀ। ਅੱਜ ਤੱਕ ਸਿਆਣਪ ਨੇ ਸਾਡੇ ਕਦੇ ਬੂਹੇ ਤੇ ਆ ਕੇ ਦਰਵਾਜ਼ਾ ਖੜਕਾਇਆ ਹੀ ਨਹੀਂ। ਅਸੀਂ ਸਿਆਣਪ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਕਦੇ। ਭਾਈ ਸਾਹਿਬ ਦੀ ਬਦਨਾਮੀ ਕਰਨ ਤੇ ਹੋਏ ਪਏ ਆ। ਕਿਉਂ? ਕਿਤੇ ਨਾ ਕਿਤੇ ਟਕਸਾਲ ਨਾਲ ਜੁੜਦਾ ਹੈ ਨਾ। ਮੈਨੂੰ ਵੀ ਕਿਹਾ ਸਿੱਖ ਸਿੰਘ ਨੇ, ਕਹਿੰਦੇ ਜੀ ਉਹ ਤਾਂ ਤੁਹਾਡੀ ਸੰਪਰਦਾਈ ਸੀ, ਸੰਤੋਖ ਸਿੰਘ ਨੇ ਐਂ ਗਲਤ ਲਿਖਿਆ, ਤੁਹਾਡਾ ਕੀ ਖਿਆਲ ਹੈ? ਮੈਂ ਕਿਹਾ ਮੇਰਾ ਖਿਆਲ ਇਹੀ ਹੈ ਵੀ ਤੇਰੀ ਦਿਮਾਗ ਦੀ ਤੂੜੀ ਜਿਹੜੀ ਹੈ ਇਹ ਕੱਢਣ ਨੂੰ ਟਾਈਮ ਬੜਾ ਲੱਗੂਗਾ। ਇਹੀ ਖਿਆਲ ਹੈ ਮੇਰਾ। ਮੇਰੇ ਤੋਂ ਪ੍ਰੂਫ ਲੈ ਤੂੰ। ਜਿਸ ਵੇਲੇ ਸੂਰਜ ਪ੍ਰਕਾਸ਼ ਪੂਰਾ ਵਿਗਾੜ ਲਿਆ ਜਿਵੇਂ ਚਾਹੁੰਦੇ ਸੀ, ਔਰ ਵਿਗਾੜਿਆ ਕਿਹਨਾਂ ਦੇ ਕੋਲੋਂ ਵੀ, ਜਿਹੜੇ ਭੇਤੀ ਸੀ ਉਹ 4 ਲਿਖਾਰੀ ਲਏ ਉੱਥੋਂ ਕੈਂਥਲ ਤੋਂ। ਉਹ ਕਵਿਤ ਵੀ ਰਚਣ ਜਾਣਦੇ ਸੀ, ਉਹ ਕਵੀ ਸੀ 4। ਭਾਈ ਸਾਹਿਬ ਦੀ ਕਵਿਤਾ ਰਸਮਈ ਹੈ ਤੇ ਕਿਤੇ ਕਿਤੇ ਉੱਥੇ ਦਿਖਦਾ ਵੀ ਹੈ ਕਿ ਇੱਥੇ ਬਗਾਨੇ ਦੀ ਲਿਖੀ ਹੋਈ ਹੈ। ਉਹ ਜਿਹੜਾ ਭਾਈ ਸਾਹਿਬ ਇੰਨੀ ਭਾਵਨਾ ਦੇ ਵਿੱਚ ਹੈ, ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਨਹੀਂ ਮਨ ਰਾਈ, ਮੈਨੂੰ ਤਾਂ ਰਾਈ ਜੀ ਨਾ ਕਿਸੇ ਦਾ ਆਸਰਾ ਨਹੀਂ। ਤੇ ਸਭ ਤੋਂ ਪਹਿਲਾ ਉਤਾਰਾ ਹੋਇਆ ਵਾ 1912 ਦਾ ਉਤਾਰਾ ਇੱਕ ਮਿਲਦਾ ਹੈ, ਔਰ 1912 ਦੇ ਵਿੱਚ ਔਰ 1919 ਵਾਲੇ ਉਤਾਰੇ ਵਿੱਚ ਇਹਨਾਂ ਵਿੱਚ ਵੀ ਫਰਕ ਹੈ, ਕਿਉਂਕਿ ਲਿਖਾਰੀ ਉਦੋਂ ਬਾਅਦ ਵੀ ਅਖੇਪਾਕਾਰ ਕੰਮ ਕਰਦਾ ਰਿਹਾ। ਉਹ ਸੂਰਜ ਪ੍ਰਕਾਸ਼ ਅਸਲੀ ਚੁੱਕਿਆ ਪੰਜਾਬ ਤੋਂ, ਹਿੰਦੁਸਤਾਨ ਤੋਂ ਬਾਹਰ ਬਰਮਾ ਦੀ ਧਰਤੀ 'ਚ ਲੈ ਕੇ ਆਂਦਾ। ਬਰਮਾ ਤੋਂ ਬਾਅਦ ਕਿਸ ਲਾਇਬ੍ਰੇਰੀ ਦੇ ਵਿੱਚ ਉਸ ਵੇਲੇ ਦੀ ਸਰਕਾਰ ਨੇ ਰੱਖਿਆ ਸਾਂਭ ਕੇ ਕਿ ਸਿੱਖਾਂ ਨੂੰ ਭਿਣਕ ਨਾ ਪੈ ਜਾਏ, ਤਾਂ ਕਿ ਜੇ ਸੂਰਜ ਪ੍ਰਕਾਸ਼ ਦੀ ਅਸਲੀ ਪੋਥੀ ਸਾਹਮਣੇ ਆ ਗਈ ਤਾਂ ਭਾਈ ਸੰਤੋਖ ਸਿੰਘ ਦੀ ਬਦਨਾਮੀ ਹੋਣੀ ਬੰਦ ਹੋ ਜਾਊਗੀ ਤੇ ਸਿੱਖ ਤਾਂ ਇੱਕ ਹੋ ਜਾਣਗੇ, ਇਹਨਾਂ ਦੀ ਲੜਾਈ ਬੰਦ ਹੋ ਜਾਊਗੀ। ਇਹ ਗੁਪਤ ਕਰਕੇ ਰੱਖਿਆ ਹੋਇਆ ਹੁਣ ਤੱਕ।
असली सूरज प्रकाश संत ज्ञानी सुंदर सिंह जी के वेले ब्रह्मा दे विच एक सिंह ने पढ़िया, देखे सी दर्शन करे सी, उतों गायब कर दिता गया। भाई संतोख सिंह ने कि उन्होंने पता नहीं सी गुरु ग्रंथ ਸਾਹਿਬ गुरता गद्दी दी, तो सूरज प्रकाश तो लिखा नहीं है। लोग कहते सूरज प्रकाश नहीं लिखा। ਉਹ ਸਿੰਘ ਨੇ ਦੱਸਿਆ ਸੰਤ ਗਿਆਨੀ ਸੁੰਦਰ ਸਿੰਘ ਜੀ ਨੂੰ, ਕਹਿੰਦੇ ਜੀ ਬਰਮਾ ਦੇ ਵਿੱਚ ਜਿਹੜਾ ਭਾਈ ਸਾਹਿਬ ਦਾ ਹੱਥ ਲਿਖਤ ਉਹਦੇ ਵਿੱਚ ਲਿਖਿਆ ਹੋਇਆ ਗੁਰਤਾ ਗੱਦੀ ਦਿੱਤੀ। ਜੇ ਬੇਈਮਾਨ ਲੋਕਾਂ ਨੇ ਉਸ ਹਫੜਾ ਦਫੜੀ ਸਾਡੇ ਕੋਲੋਂ ਇਹ ਗ੍ਰੰਥ ਪੰਥ ਸੰਭਾਲ ਨਾ ਸਕਿਆ, ਔਖਾ ਮੌਕਾ ਸੀ, ਤੇ ਉਹਦੇ 'ਚ ਵਿਗਾੜ ਪਾ ਕੇ ਸਾਡੇ ਮੱਥੇ ਮੜ ਦਿੱਤਾ, ਤੇ ਹੁਣ ਤੱਕ ਸਾਤੋਂ ਸਿਆਣਪ ਨਹੀਂ ਹੋਈ ਵੀ ਭਾਈ ਸੰਤੋਖ ਸਿੰਘ ਦੇ ਧਾਨਾਂ ਦੇ ਖੇਤ ਨੂੰ ਖੁਰਪਾ ਲੈ ਕੇ ਗੁੜ ਦਈਏ। ਡੀਲਾ ਤਾਂ ਸਾਤੋਂ ਨਹੀਂ ਪੁੱਟ ਹੋਇਆ, ਤੇ ਦੋਸ਼ ਭਾਈ ਸੰਤੋਖ ਸਿੰਘ ਨੂੰ ਹੈ। ਫਿਰ ਪੰਥ ਨੂੰ ਅਧਿਕਾਰ ਦਿੱਤੇ ਨੇ, ਉਹਨਾਂ ਨੂੰ ਪਤਾ ਸੀ ਬ੍ਰਹਮ ਗਿਆਨੀ ਸਨ। ਮੈਂ ਉਹ ਤੁਕਾਂ ਤੁਹਾਡੇ ਸਾਹਮਣੇ ਹਾਜ਼ਰ ਕਰ ਸਕਦਾ ਜਿੱਥੇ ਭਾਈ ਸਾਹਿਬ ਨੇ ਕਿਹਾ, ਮੈਂ ਗੁਰਸਿੱਖਾਂ ਨੂੰ ਬੇਨਤੀ ਕਰਦਾ ਜਿਹੜੀ ਗੱਲ ਗੁਰਮਤਿ ਦੇ ਅਨੁਕੂਲ ਨਾ ਹੋਵੇ, ਪ੍ਰਤੀਕੂਲ ਹੋਵੇ, ਤਾਂ ਆਪਣੇ ਅਨੁਸਾਰ ਬਣਾ ਲਿਓ, ਗੁਰਮਤਿ ਦੇ ਅਨੁਸਾਰ। ਅਧਿਕਾਰ ਦਿੱਤਾ ਤੁਹਾਨੂੰ। ਸਾਹਿਤ ਦੇ ਵਿੱਚ ਟਕਸਾਲ ਦਾ ਇਹ ਬਹੁਤ ਵੱਡਾ ਕੰਮ ਸੀ। ਇਤਿਹਾਸ ਲਿਖਿਆ ਦਸੇ ਗੁਰੂ ਸਾਹਿਬਾਨਾਂ ਦਾ, ਤਾਂ ਵੀ ਉਹ ਟਕਸਾਲ ਦੇ ਇੱਕ ਲਿਖਾਰੀ ਨੇ। ਜੇ ਗੁਰੂ ਗ੍ਰੰਥ ਸਾਹਿਬ ਦੀ 4 ਸਰੂਪ ਲਿਖੇ ਤਾਂ ਉਹ ਵੀ ਟਕਸਾਲ ਦੇ ਇੱਕ ਲਿਖਾਰੀ ਬਾਬਾ ਦੀਪ ਸਿੰਘ ਸਾਹਿਬ ਨੇ। ਬਾਬਾ ਦੀਪ ਸਿੰਘ ਸਾਹਿਬ ਨੇ। ਸਰੋਤਿਆਂ ਨੂੰ ਸ਼ੰਕਾ ਨਹੀਂ ਹੋਣੀ ਚਾਹੀਦੀ। ਮੈਨੂੰ ਸਮੇਂ ਦਾ ਥੋੜ੍ਹਾ ਜਿਹਾ ਇਸ਼ਾਰਾ ਹੋ ਗਿਆ ਵੀ ਥੋੜ੍ਹਾ ਜਿਹਾ ਹੋਰ ਸਮਾਂ ਲਾਇਆ ਜਾਏ। ਮਹਾਂਪੁਰਸ਼ਾਂ ਨੇ ਬੜਾ ਲੰਮਾ ਸਮਾਂ ਦਿੱਤਾ ਹੈ, ਮੈਂ ਧੰਨਵਾਦ ਕਰਦਾ ਹਾਂ ਬਾਬਾ ਜੀ ਹੋਰਾਂ ਦਾ। ਨਹੀਂ ਰਾਗੀ ਸਿੰਘਾਂ ਦੇ ਕੋਲ, ਇਹ ਰਾਗੀ ਸਿੰਘ ਨਹੀਂ ਨਾ ਮਹਾਂਪੁਰਸ਼ ਨੇ, ਟਾਈਮ ਨਹੀਂ ਹੁੰਦਾ ਗੱਲ ਸੁਣਨ ਦਾ। ਗੁਰੂ ਸਾਹਿਬ ਦੀ ਕਿਰਪਾ ਹੈ ਬਾਬਾ ਅਨੂਪ ਸਿੰਘ ਜੀ ਹੋਰਾਂ 'ਤੇ। ਤੋ ਇਸ ਸਾਹਿਤ ਦੇ ਵਿੱਚ ਜੋ ਕੰਮ ਕੀਤਾ, ਅੱਜ ਤੱਕ ਕਿਸੇ ਹੋਰ ਜਥੇਬੰਦੀ ਦਾ ਨਾਂ ਤਾਂ ਲਿਓ। ਹਾਂ, ਜੇ ਭਾਈ ਮਨੀ ਸਿੰਘ ਦੀ ਸੰਪਰਦਾ ਦੇ ਵਿੱਚ ਕੰਮ ਕੀਤਾ ਤਾਂ 2 ਕੰਮ। ਇੱਕ ਗਿਆਨੀ ਕਿਰਪਾਲ ਸਿੰਘ ਨੇ ਸਟੀਕ ਲਿਖਿਆ ਅਮੀਰ ਭੰਡਾਰ, ਉਹ ਵੀ ਸਾਡੇ ਆਪਣੇ ਨਾ ਸੰਪਰਦਾ ਹੀ ਹੈ। ਔਰ ਜੇ ਸਾਹਿਤ ਦੇ ਵਿੱਚ ਦੂਸਰਾ ਕੰਮ ਹੋਇਆ ਤਾਂ ਡਾਕਟਰ ਭਾਈ ਵੀਰ ਸਿੰਘ ਜੀ ਨੇ ਇਹ ਸੂਰਜ ਪ੍ਰਕਾਸ਼ ਨੂੰ ਚਾਰਾ ਲਾਇਆ। ਜੇ ਕਿਤੇ ਭਾਈ ਸਾਹਿਬ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਇੰਨੀ ਕੁ ਗੱਲ ਮੰਨ ਲੈਂਦੇ ਡਾਕਟਰ ਭਾਈ ਵੀਰ ਸਿੰਘ, ਅੱਜ ਪੰਥ ਦੇ ਵਿੱਚ ਭਾਈ ਸੰਤੋਖ ਸਿੰਘ ਦੀ ਰਚਨਾ ਦੇ ਕਿਸੇ ਇੱਕ ਨੂੰ ਵੀ ਕਿੰਤੂ ਨਾ ਹੁੰਦਾ। ਮਹਾਂਪੁਰਖ ਪਹੁੰਚੇ ਭਾਈ ਸਾਹਿਬ ਕੋਲ, ਉਹਨਾਂ ਦੇ ਤਪ ਸਥਾਨ 'ਤੇ ਅੱਜ ਵੀ ਜਾਓ ਡਾਕਟਰ ਵੀਰ ਸਿੰਘ ਦੇ ਅੰਮ੍ਰਿਤਸਰ ਸਾਹਿਬ, ਉੱਥੇ ਜਾ ਕੇ ਮਨ ਟਿਕਾ ਵਿੱਚ ਆ ਜਾਂਦਾ। ਉਹਨਾਂ ਦੇ ਜਪ ਤਪ ਦੇ ਉਹ ਊਰਜਾ ਅੱਜ ਵੀ ਉੱਥੇ ਉਹਨਾਂ ਦੀ ਉਸ ਜਗ੍ਹਾ ਦੇ ਅੰਦਰ ਉਵੇਂ ਜਿਵੇਂ ਕੰਮ ਕਰ ਰਹੀਆਂ ਨੇ। ਮਨ ਦੇ ਭਾਵ ਬਦਲ ਜਾਂਦੇ ਨੇ। ਭਾਈ ਸਾਹਿਬ ਐਡੇ ਜਪੀ ਤਪੀ ਸੀ। ਮਹਾਂਪੁਰਖ ਗਏ, ਕਹਿਣ ਲੱਗੇ ਭਾਈ ਸਾਹਿਬ ਮੈਂ ਇੱਕ ਤੁਹਾਨੂੰ ਬੇਨਤੀ ਕਰਨ ਆਇਆ ਵੀ ਇੱਕ ਤਾਂ ਜਿਹੜਾ ਤੁਸੀਂ ਪੈਰ ਟੂਕਾਂ ਵਾਲਾ ਇਹ ਤੁਸੀਂ ਬਹੁਤ ਸੋਹਣਾ ਕੰਮ ਕਰ ਦਿੱਤਾ, ਸਦਾਈ ਕਰਨੀ ਸ਼ੁਰੂ ਕੀਤੀ ਸੀ ਅਜੇ। ਕਹਿੰਦੇ ਮੈਂ ਇੱਕ ਰਾਏ ਦੇਣ ਆਇਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਇੱਕ ਤਾਂ ਇਹਦੀਆਂ ਪੋਥੀਆਂ ਜਿਹੜੀਆਂ ਨਾ ਵਿਦਿਆਰਥੀਆਂ ਨੂੰ ਪੜ੍ਹਨ ਵਾਸਤੇ 4 ਪੋਥੀਆਂ ਦੇ ਵਿੱਚ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲ ਹੈ। ਜੇ ਇਹਦੀਆਂ ਪੋਥੀਆਂ 14 ਬਣਾ ਦਿੱਤੀਆਂ ਜਾਣ ਤਾਂ ਪ੍ਰਕਾਸ਼ ਕਰਨੀਆਂ ਰੇਹੜੇ 'ਤੇ ਸੌਖੀਆਂ ਹੋ ਜਾਣਗੀਆਂ। ਸਾਨੂੰ ਪੜ੍ਹਾਉਣ 'ਚ ਦਿੱਕਤ ਆਉਂਦੀ ਹੈ। ਉਹ ਕਹਿੰਦੇ ਜੀ ਠੀਕ ਹੈ ਕਰ ਦਿੰਦੇ ਹਾਂ। 14 ਪੋਥੀਆਂ ਸੰਤਾਂ ਦੇ ਕਹਿਣ ਤੋਂ ਹੋਈਆਂ ਨਹੀਂ। ਪਹਿਲਾਂ 4 ਪੋਥੀਆਂ ਸੀ ਜਿਹੜੀਆਂ ਪਹਿਲਾ ਸੂਰਜ ਪ੍ਰਕਾਸ਼ ਉਹਦਾ ਪੈਰ ਟੂਕਾਂ ਲਿਖਿਆ ਜਿਹੜੇ ਭਾਈ ਸਾਹਿਬ ਨੇ। ਦੂਸਰਾ ਮਹਾਂਪੁਰਖਾਂ ਨੇ ਕਿਹਾ ਸੀ ਭਾਈ ਸਾਹਿਬ ਜੀ ਅੱਜ ਮੌਕਾ ਹੈ, ਜਿਹੜੀਆਂ ਗੱਲਾਂ ਗੁਰਮਤਿ ਦੇ ਅਨੁਕੂਲ ਨਹੀਂ ਇਹਨਾਂ ਨੂੰ ਕੱਢ ਦਿਓ ਇਹਦੇ ਵਿੱਚੋਂ, ਕਿਉਂਕਿ ਬਗਾਨਿਆਂ ਦੀਆਂ ਪਾਈਆਂ ਹੋਈਆਂ ਨੇ। ਡਾਕਟਰ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਮਹਾਂਪੁਰਸ਼ੋ ਗੱਲ ਤੁਹਾਡੀ ਭਾਵੇਂ ਠੀਕ ਹੈ, ਪਰ ਤੁਹਾਨੂੰ ਪਤਾ ਵੀ ਆਪਣੇ ਪੰਥ 'ਚ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਕੱਲ੍ਹ ਨੂੰ ਮੇਰੇ 'ਤੇ ਉਂਗਲ ਉੱਠਣੀਆਂ, ਲਓ ਜੀ ਵੀ ਸੂਰਜ ਪ੍ਰਕਾਸ਼ ਵਿਗਾੜਤਾ, ਇਹਨਾਂ ਨੇ ਕਿਸੇ ਨਹੀਂ ਸਮਝਣਾ ਸੁਧਾਰਿਆ। ਇਸ ਕਰਕੇ ਮੈਂ ਪੈਰ ਟੂਕ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗਾ, ਪ੍ਰੂਫ ਦੇ ਦੇ ਕੇ ਕਹਾਂਗਾ ਵੀ ਇਹ ਗੱਲ ਭਾਈ ਸੰਤੋਖ ਸਿੰਘ ਦੀ ਲਿਖੀ ਹੋਈ ਜਿਹੜੀ ਹੈ ਹੀ ਨਹੀਂ, ਉਹਨਾਂ ਦੀ ਅਖੇਪਾਕਾਰ ਨੇ ਐਸਾ ਲਿਖਿਆ ਹੈ। ਜੇ ਕਿਤੇ ਐਸਾ ਹੋ ਜਾਂਦਾ ਤਾਂ ਅੱਜ ਹਰ ਗੁਰਦੁਆਰੇ 'ਚ ਉਸੇ ਤਰ੍ਹਾਂ ਜਿਵੇਂ ਪੰਥ ਦੇ ਫੈਸਲੇ ਅਨੁਸਾਰ ਤੀਸਰੇ ਪਹਿਰ ਇਸ ਗ੍ਰੰਥ ਦੀ ਕਥਾ ਹੁੰਦੀ ਹੈ, ਅਤੇ ਅੱਜ ਫਿਰ ਇਹ ਕਥਾ ਥਾਂ ਥਾਂ 'ਤੇ ਬੰਦ ਕਰਾਉਣ ਦੀ ਹਿੰਮਤ ਨਾ ਲੋਕ ਕਰਦੇ। ਥੋੜ੍ਹੇ ਗੁਰਦੁਆਰੇ ਰਹਿ ਗਏ ਤੁਹਾਡੇ ਕੋਲ ਜਿੱਥੇ
सूरज प्रकाश की कथा जिहड़ी है। क्योंकि एक तो इहा जिहा टोला पैदा हो गया जिन्होंने सूरज प्रकाश की कथा तो आउंदी नहीं, गुरप्रताप सूरज ग्रंथ की। अगर तुहाडे च किसी नूं निश्चय भी इन्हों आउंदी है ना भी टकसाल वाले एवें दूषणबाजी करते न, तो मैं तुहाडे सामने बैठा है, पोथी प्रकाश करके मैं रख दूँगा 10 अध्याय लगातार। मैं उन्होंने कहूँगा ये एक अध्याय तू चुन लै सज्जना, तू उंगल रख दे ते 5वीं रुत दे 10 अध्याय न तू एक दी कथा कर दे, मैं तेनों नमस्कार कर दूँ भी हाँ तुसीं भी विद्वान है। ते टकसाल दे अणजाण ते अजाण विद्यार्थी नूं रख दे, वो भी करके देऊगा एक कथा। आप न देह चूरू पर पाने ते निंदा जे गंगा आने। शेर बुढ़ा भी हो जाए ना, बिल्कुल कमज़ोर हो जाए, तो खेमा करनी किसी को शायद चंगी लगे या ना लगे गल, वो मूँह आई गल रहिंदी नहीं होंदी, नाले मेरा तो सुभाव ही है। शेर बुढ़ा भी हो जाए, गधे मारन जोगा तां भी होंदा है, खोतियां नूं तां भी मार देंदा है, मरासी का पुत रोण भी लग जाए तां भी सुर तो बाहर नहीं जाता। साडा तो अणजाण ते अणजाण विद्यार्थी भी ये जिन्होंने तुसीं विद्वान कहते हो, इन्होंने सूरज प्रकाश की कथा नहीं आती, फिर कहेंदे की ना जी ना प्रबंधको तुसीं गुरु ग्रंथ साहिब की कथा करो, इदों पर कोई बात नहीं है। ये तो बहुत मनमत है जी, ये देखो नाले तो गुरमत रह गई तो नाले अपने हड्ड छुट गए, मेहनत नहीं करनी पऊगी। 5वीं रुत की कथा वो करेगा जिहड़ा विचार सागर तक किते पढ़िया होएगा विद्वान, सौखी जी बात है, उही कर लूगा। तो इस करके ਸਾਹਿਤ ਦੇ ਖੇਤਰ ਦੇ ਵਿੱਚ ਭਾਈ ਸੰਤੋਖ ਸਿੰਘ ਦਾ ਨਾਮ, ਬਾਬਾ ਦੀਪ ਸਿੰਘ 4 ਸਰੂਪ ਲਿਖੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ 28 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ, ਚਲੋ 28ਵੀਂ ਵਿਚਾਲੇ ਰਹਿ ਗਈ, 27 ਕੀਤੀਆਂ। ਜਥੇਦਾਰ ਗੁਰਦਿਆਲ ਸਿੰਘ ਜੀ ਜੋ ਮਹਾਂਪੁਰਖਾਂ ਦੇ ਗੁਰ ਭਾਈ ਸੀ, ਸੰਤ ਗਿਆਨੀ ਸੁੰਦਰ ਸਿੰਘ ਦੇ ਇਕੱਠੇ ਪੜ੍ਹੇ, ਉਹਨਾਂ ਨੇ ਬੋਪਾ ਰਾਏ ਰਹਿ ਕੇ 28 ਕਥਾ ਇੱਕ ਥਾਂ ਤੇ ਬੈਠ ਕੇ ਕੀਤੀਆਂ। ਬੋਪਾ ਰਾਏ ਵਿੱਚ ਇਹਨਾਂ ਨੇ ਫਿਰ ਤੁਰ ਕੇ ਕੀਤੀਆਂ। ਔਰ ਫਿਰ ਇਸ ਤੋਂ ਅੱਗੇ ਮਹਾਂਪੁਰਖਾਂ ਦੇ ਉਹਨਾਂ ਹੀਰਿਆਂ ਦੇ ਵਿੱਚੋਂ ਇੱਕ ਬੜਮੁੱਲਾ ਹੀਰਾ ਪੈਦਾ ਕੀਤਾ। ਉਹਨਾਂ ਦੀ ਸੇਵਾ 'ਤੇ ਪ੍ਰਸੰਨ ਹੋ ਗਏ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ। ਸਾਰੇ ਜਥੇ ਦੇ ਸਿੰਘ ਇੱਕ ਦੂਏ ਇੱਕ ਚੜ੍ਹੰਦੀਆਂ, ਸਭ ਨੂੰ ਨਮਸਕਾਰ ਬੜਿਆਂ ਨੂੰ। ਪਰ ਮਹਾਂਪੁਰਖਾਂ ਨੇ ਇਹਨਾਂ ਵਾਸਤੇ ਜੋ ਸ਼ਬਦ ਵਰਤੇ, ਭਾਈ ਅਵਤਾਰ ਸਿੰਘ ਦਾ ਮੈਨੂੰ ਪਤਾ ਨਹੀਂ ਵੀ ਉਹ ਕਿਹੜੇ ਥਾਨ ਕਿੱਥੇ ਨੇ, ਹੈ ਵੀ ਇੱਥੇ ਜਾਣੇ ਕਈ ਸਾਲ ਹੋ ਗਏ ਮੈਨੂੰ ਮਿਲੇ ਨਹੀਂ, ਔਰੰਗਾਬਾਦ ਦੇ ਸਨ। ਇੱਕ ਦਿਨ ਮਹਾਂਪੁਰਖ ਨੂੰ ਕਹਿੰਦੇ, ਅਵਤਾਰ ਸਿਆਂ ਦੇ ਤੇਰਾ ਕੋਈ ਫੁਰਨਾ ਤਾਂ ਦੱਸ ਦੇ, ਗੁਰੂ ਸਾਹਿਬ ਤੋਂ ਪੂਰਾ ਕਰਾ ਦਾਂਗੇ। ਐਡੀ ਵੱਡੀ ਛੋਟ ਦੇ ਦਿੰਦੇ ਸੀ, ਕੋਈ ਫੁਰਨਾ ਤਾਂ ਨਹੀਂ। ਕਹਿੰਦਾ ਜੀ ਹੈਗਾ। ਕਹਿੰਦੇ ਕੀ ਹੈ? ਕਹਿੰਦੇ ਜੀ ਤੁਹਾਡੇ ਕੰਨੀ ਦੇਖ ਕੇ ਆਇਆ ਫੁਰਨਾ ਫੁਰਦਾ, ਕਿਤੇ ਐਨੇ ਸਿੰਘ ਲੈ ਕੇ ਮੈਂ ਵੀ ਘੁੰਮਾਂ, ਮੈਂ ਵੀ ਪੜ੍ਹਾਵਾਂ। ਸੰਤ ਹੱਸ ਪਏ, ਕਹਿੰਦੇ ਚਲੋ ਜਿੰਨੇ ਜੋਗਾ ਹੈ ਇਹ ਫੁਰਨਾ ਤੇਰਾ ਪੂਜਾ ਹੋ ਜਾਊਗਾ। ਉਹ ਪੂਰਾ ਹੋਇਆ। 200-250 ਬੱਚਾ, ਛੋਟੇ ਛੋਟੇ ਬੱਚੇ ਭਾਈ ਅਵਤਾਰ ਸਿੰਘ ਦੇ ਕੋਲ ਆਇਆ ਕਰਦੇ, ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਵੀ ਇਸੇ ਤਰ੍ਹਾਂ ਚੱਕਰ ਲਾਏ। ਅਤੇ ਮੈਨੂੰ ਆਪ ਦੱਸਿਆ, ਕਹਿੰਦੇ ਮੈਂ ਬੇਨਤੀ ਕੀਤੀ ਸੀ ਮਹਾਂਪੁਰਖਾਂ ਨੂੰ। ਅਗਲੀ ਗੱਲ, ਅਤੇ ਇੱਕ ਦਿਨ ਸੰਤ ਕਰਤਾਰ ਸਿੰਘ ਜੀ ਦੇ ਨਾਲ ਭਾਈ ਅਵਤਾਰ ਸਿੰਘ ਦਾ ਮਤਭੇਦ ਹੋ ਗਿਆ। ਜਥੇ 'ਚ ਦੇਖੋ ਪਰਿਵਾਰ ਜਿੱਥੇ ਹੁੰਦਾ ਕਿਤੇ ਨਾ ਕਿਤੇ ਸ਼ਬਦਾਂ ਦਾ ਟਕਰਾਅ ਹੋ ਜਾਣਾ, ਕਿਤੇ ਨਾ ਕਿਤੇ ਇਹ ਤਾਂ ਹੁੰਦਾ ਹੀ ਰਹਿੰਦਾ। ਜਿੱਥੇ ਦੋ ਭਾਂਡੇ ਹੈ ਭਰਾਵਾਂ ਦੀ ਆਮ ਕਰਕੇ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ। ਤੁਹਾਡੇ ਪਰਿਵਾਰ ਇੰਨੇ ਲੜਦੇ ਨੇ, ਇਹ ਸਾਡਾ ਤਾਂ ਪਰਿਵਾਰ ਹੀ ਬਹੁਤ ਵੱਡਾ ਹੈ। ਜਿੱਡਾ ਵੱਡਾ ਪਰਿਵਾਰ ਹੈ ਓਡਾ ਵੱਡਾ ਫਿਰ ਝਗੜਾ ਵੀ ਤਾਂ ਹੋ ਜਾਂਦਾ ਹੁੰਦਾ। ਅਤੇ ਸਿੱਧਾ ਸੰਤਾਂ ਕੋਲ ਚਲਿਆ ਗਿਆ, ਜਾ ਕੇ ਸ਼ਿਕਾਇਤ ਕੀ ਕਹਿੰਦੇ ਜੀ ਭਾਈ ਕਰਤਾਰ ਸਿੰਘ ਨੇ ਐਂ ਕੀਤਾ, ਬਹੁ ਕੀਤਾ, ਬਹੁ ਕੀਤਾ। ਸੰਤ ਧੀਰਜ ਨਾਲ ਸੁਣੀਗੇ। ਕਹਿੰਦੇ ਅੱਛਾ ਭਾਈ ਬੜੀ ਮਾੜੀ ਗੱਲ ਕੀਤੀ ਭਾਈ ਕਰਤਾਰ ਸਿੰਘ ਨੇ। ਅਵਤਾਰ ਸਿਆਂ ਫਿਰ ਇਹ ਤਾਂ ਬਹੁਤ ਮਾੜੀ ਗੱਲ ਹੈ, ਫਿਰ ਤੇਰੇ ਖਿਆਲਾਂ ਅਨੁਸਾਰ ਫਿਰ ਜਥੇ 'ਚੋਂ ਕੱਢ ਨਾ ਦਈਏ ਕਰਤਾਰ ਸਿੰਘ ਨੂੰ? ਕਹਿੰਦਾ ਹਾਂ ਜੀ ਕੱਢ ਦਿਓ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਉਸੇ ਵੇਲੇ ਮਹਾਂਪੁਰਖਾਂ ਨੇ ਰੁਖ ਬਦਲ ਕੇ ਕਹਿੰਦੇ ਅੱਛਾ, ਕਹਿੰਦੇ ਤੇਰੇ ਕਹਿਣ 'ਤੇ ਉਹਨੂੰ ਤਾਂ ਕੱਢ ਦਿਆਂ ਮੈਂ, ਤੇਰੇ ਕਹਿਣ 'ਤੇ। ਅਗਲਾ ਸ਼ਬਦ ਕੀ ਸੀ? ਕਹਿੰਦੇ ਜਿਹਨੂੰ ਮੈਂ ਆਪਣਾ ਰੂਪ ਬਣਾਇਆ ਉਹਨੂੰ ਕੱਢ ਦਿਆਂ ਤੇਰੇ ਕਹਿਣ ਤੋਂ, ਤੈਨੂੰ ਰੱਖ ਲਾਂ ਬੜੇ ਚੌਧਰੀ ਨੂੰ। ਕਹਿੰਦਾ ਜੀ ਮੇਰੇ ਪੈਰਾਂ ਹੇਠ 'ਤੇ ਜ਼ਮੀਨ ਖਿਸਕ ਗਈ ਅਤੇ ਮੇਰੇ ਗੁਰਬਾਣੀ ਦੀ ਤੁਕ ਆਈ, ਜੋ ਪ੍ਰਹਿ ਮਾਨੈ ਤਿਨ ਕੀ ਰੀਸਾ।
कूड़े मूर्ख की कीहा ठीसा। ये दो पाठ ਨੂੰ ध्यान रखियो। मैं कल एक साढ़े विद्यार्थी ਨੂੰ ਇੱਥੇ ਸੰਪਤ ਦੇ ਵਿਦਿਆਰਥੀ ਨੂੰ ਪੁੱਛਿਆ, मैं ਕਿਹਾ पाठ की है? कहना कूड़े मूर्ख की हठीसा। मैं कहा ਇੰਨੀ ਕਮਜ਼ੋਰੀ आ गई साढ़े च भी। ਉਹ ठीसा ਦਾ अर्थ ਹੁੰਦਾ ਗੱਪਾਂ, ਝੂਠ, ਤੂਫਾਨ। ਕੀਹਾ ठीसा, ਹਾਂ ਇੱਧਰਲਾ ਹਠੀਸਾ ਨਾ ਬਣਾ ਇਹਨੂੰ। ਹਾਂ ਦੂਰਾ ਪਾਠ ਹੈਗਾ ਅੰਮ੍ਰਿਤਸਰ ਵਾਲਾ, ਇਹ ਕਰਦੇ ਆ, ਪਰ ਦਮਦਮੀ ਟਕਸਾਲ ਦਾ ਪਾਠ ਇਹ ਹੈ। ਮੈਂ ਤਾਂ ਆਪਣੇ ਮਹਾਂਪੁਰਖਾਂ ਦੇ ਚੁਣ ਚੁਣ ਕੇ ਐਨ ਉਹਨਾਂ ਦੀ ਰਸਨਾ ਤੋਂ ਸੁਣੇ ਹੋਏ ਨੋਟ ਕੀਤੇ ਪਾਠ ਰੱਖੇ ਹੈ। ਸਟੀਕ 'ਚ ਵੀ ਉਹੀ ਲਿਖੇ ਹੈ। ਮੈਂ ਨਹੀਂ ਦੇਖਿਆ ਵੀ ਪਾਠ ਦਰਪਣ ਦੇ ਵਿੱਚ ਕੀ ਆ, ਉੱਥੇ ਗਲਤੀ ਹੋ ਸਕਦੀ ਹੈ ਨੋਟ ਕੀਤੀਆਂ ਅਸੀਂ। ਪਰ ਮਹਾਂਪੁਰਖਾਂ ਦੀ ਇੱਕ ਵਾਰ ਨਹੀਂ ਕਈ ਵਾਰ ਬਚਨ ਸੁਣ ਕੇ ਉਹਦਾ ਤਾਂ ਸਰੋਤ ਆ ਸਾਡੇ ਕੋਲ। ਜੇ ਕੋਈ ਕਹੇ ਵੀ ਆਹ ਕਿਸ ਤਰ੍ਹਾਂ ਲਿਖਿਆ ਜੀ ਤੁਸੀਂ, ਜਿਹੜਾ ਗੁਰਬਾਣੀ ਅਰਥ ਭੰਡਾਰ 'ਚ ਵੀ ਸੰਤ ਗਿਆਨੀ ਗੁਰਬਚਨ ਸਿੰਘ ਦਾ ਕੀਤਾ। ਤੋ ਇਸ ਕਰਕੇ ਸਾਸ ਜੀ ਕਹਿੰਦਾ ਮੇਰੇ ਗੱਲ ਯਾਦ ਆਈ ਕਿ ਤੂੰ ਦਾ ਝੂਠਾ ਨਿਕਲਿਆ ਤੇ ਤੂੰ ਉਹਦੀ ਰੀਸ ਕਰ ਬੈਠਾ ਜਿਨ ਦੀਆਂ ਦਾਤਾ ਮੰਨੇ। ਕਹਿੰਦਾ ਜੀ ਮੇਰੀ ਗਲਤੀ ਸੀ, ਮੈਨੂੰ ਬਖਸ਼ ਦਿਓ। ਮਹਾਂਪੁਰਖਾਂ ਨੇ ਜਥੇ ਦੇ ਵਿੱਚ ਰਹਿੰਦੇ ਸਿੰਘਾਂ ਦੇ ਵਿੱਚੋਂ ਸ਼ਾਇਦ ਹੀ ਕਿਸੇ ਨੂੰ ਐਸਾ ਵਚਨ ਕਿਹਾ ਹੋਵੇ ਮੈਂ ਆਪਣਾ ਰੂਪ ਬਣਾਇਆ। ਇਹਦੇ ਦੋ ਸਬੂਤ ਹਨ। ਤੇ ਇਹਨਾਂ ਹੀਰਿਆਂ ਦੇ ਵਿੱਚ ਜਿੱਥੇ ਕੁਰਬਾਨੀ ਦਾ ਵਕਤ, ਮੈਂ ਇੱਕ ਵਾਰੀ ਇਹ ਬਚਨ ਮੈਨੂੰ ਦੱਸ ਦਿਓ ਜੀ। अच्छा कोई बात नहीं। घर के कामे घर की खेती कायरे मन करो पछेती। जब कामे भी करते होण ते खेत भी करता होवे, एक कड़ाई होर सही, कोई बात नहीं। नाले संतां ने पढ़ाउण वेले ये दस्सिया होया ढंग भी कथा ਵਧਾਉਣੀ ਕਿਵੇਂ ਤੇ ਘਟਾਉਣੀ ਕਿਵੇਂ। ਇਹ ਤਾਂ ਸਿਖਾਇਆ ਜਾਂਦਾ ਸਾਨੂੰ ਤਾਂ ਉਸ ਵੇਲੇ। ਮੁੱਢਲੀ ਵਿਆਖਿਆ 'ਚ ਆਹ ਤਾਂ ਗੱਲਾਂ ਸਿਖਾਈਆਂ ਜਾਂਦੀਆਂ ਨੇ। ਨਹੀਂ ਫਿਰ ਉਹ ਤਾਂ ਹੋ ਜਾਂਦੇ। ਇੱਕ ਗਿਆਨੀ ਅਰਥ ਕਰੇ, ਉਹਨੇ ਕਹਿੰਦੇ ਵੀ ਥੋੜ੍ਹਾ ਜਿਹਾ ਹੋਰ ਟਾਈਮ ਲਾ ਦਿਓ। ਕਹਿੰਦਾ ਮੇਰੇ ਤਾਂ ਅਰਥ ਮੁੱਕ ਗਏ, ਮੈਂ ਹੋਰ ਕਿੱਥੋਂ ਸੁਣਾਦਾ, ਹੁਣ ਮੇਰੇ ਕੋਲ ਤਾਂ ਇੰਨੇ ਕੀ ਸੀ। ਕਹਿੰਦਾ ਇਹ ਸੰਪਰਦਾ ਹੈ, ਇੱਥੇ ਕੁਛ ਵੀ ਮੁੱਕਣ ਵਾਲਾ ਨਹੀਂ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਜਿੱਥੇ ਅੱਜ ਅਕਾਲ ਤਖਤ ਸਾਹਿਬ ਦੀ ਔਰ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਯਾਤਰੂ ਜਾਂਦੇ ਹੈ, ਤਾਂ ਇਸ ਜਥੇਬੰਦੀ ਦੇ 3 ਜਥੇਦਾਰਾਂ ਦੇ ਅਸਥਾਨ ਮਿਲਣਗੇ ਤੁਹਾਨੂੰ। ਪਹਿਲਾਂ ਤਾਂ ਜਿਨ੍ਹਾਂ ਦੇ ਮੈਂ ਜ਼ਿਕਰ ਕਰ ਚੁੱਕਾ ਹਾਂ, ਬਾਬਾ ਦੀਪ ਸਿੰਘ ਸਾਹਿਬ ਦਾ ਮਿਲੇਗਾ ਪ੍ਰਕਰਮਾਂ ਦੇ ਵਿੱਚ। ਜਥੇਦਾਰ ਗੁਰਬਖਸ਼ ਸਿੰਘ ਦਾ ਮਿਲੇਗਾ। 30,000 ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕਰਕੇ ਆਪਣੀ ਜ਼ਿੰਦਗੀ ਦੀ ਖੇਡ ਸਮਾਪਤ ਕਰ ਗਏ ਤੇ ਦੱਸ ਗਏ ਅਬਦਾਲੀ ਨੂੰ ਵੀ ਥੋੜ੍ਹੇ ਜਿਹੇ ਸਿੰਘਾਂ ਨਾਲ ਮੁਕਾਬਲਾ ਸਿੰਘ ਕਿਵੇਂ ਕਰ ਸਕਦੇ ਆ। ਔਰ ਉਸ ਤੋਂ ਬਾਅਦ ਜੇ ਕਿਤੇ ਬੰਦਾ ਸਿੰਘ ਬਹਾਦਰ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੀ ਕੋਈ ਮੁੜ ਕੇ ਪੰਥ ਵਿੱਚ ਧਾਂਕ ਪਾਉਣ ਵਾਲਾ ਜੰਮਿਆ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜੰਮੇ। ਅੱਛਾ, ਮੈਂ ਤਾਂ ਕਿਹਾ ਕਿਤੇ ਸੰਤਾਂ ਨੂੰ ਭੁੱਲ ਗਏ ਵੀ ਸਿੰਘੋ ਤੁਸੀਂ, ਇਹਦਾ ਮਤਲਬ ਹੈਗਾ ਅਜੇ ਯਾਦ। ਉਹ ਸੂਰਬੀਰ ਯੋਧਾ ਪੈਦਾ ਹੋਇਆ ਜਿਨ੍ਹਾਂ 'ਤੇ ਦ੍ਰਿਸ਼ਟੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਬਚਪਨ ਵਿੱਚ ਪਈ ਸੀ ਜਦੋਂ ਮਹਾਂਪੁਰਖ ਰੋਡੇ ਪਿੰਡ ਕਥਾ ਕਰਨ ਵਾਸਤੇ ਗਏ ਸੀ। ਬਾਪੂ ਜੋਗਿੰਦਰ ਸਿੰਘ ਨੂੰ ਕਿਹਾ ਸੀ ਕਿੰਨੇ ਪੁੱਤਰ? ਕਹਿੰਦੇ 5। ਕਹਿੰਦੇ ਇੱਕ ਸਾਨੂੰ ਦੇ ਦੇ। ਕਹਿੰਦੇ ਜੀ ਦੱਸੋ? ਕਹਿੰਦੇ ਆਹ ਦੇ ਭਜੋਗੇ। ਸੰਤ ਜਰਨੈਲ ਸਿੰਘ ਜੀ ਤੇ ਆਸੀ। ਤੇ ਤੀਸਰੀ ਯਾਦਗਾਰ ਮਿਲੇਗੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ 84 ਦੇ ਘੱਲੂ ਘਾਰੇ ਦੇ ਔਰ ਸਿੱਖ ਜਗ ਦੇ ਉਹ ਜਰਨੈਲ ਜੋ ਮੈਂ ਆਪਣੇ ਅੱਖਾਂ ਨਾਲ ਦੇਖਿਆ ਤੇ ਤੁਸੀਂ ਵੀ ਦੇਖਿਆ ਹੋਊਗਾ। ਕਿਤੇ ਬਹੁਤ ਪੁਰਾਣੀ ਗੱਲ ਥੋੜ੍ਹੀ ਹੋ ਗਈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਦਾ ਜਥੇਦਾਰ, ਮੈਂ ਇਹਨਾਂ ਦੀਆਂ ਲੱਤਾਂ ਕੰਬਦੀਆਂ, ਇਹਨਾਂ ਦੇ ਬੋਲ ਕੰਬਦੇ ਦੇਖਿਆ। ਸੰਤਾਂ ਦੇ ਸਾਹਮਣੇ ਜਾਣ ਤੋਂ ਲੱਤਾਂ ਭਾਰ ਨਹੀਂ ਸੀ ਚੱਲਦੀਆਂ, ਸੇਕ ਪੈਂਦਾ ਸੀ, ਤਪ ਸੀ। ਮੈਂ ਇਹ 3 ਨਿਸ਼ਾਨੀਆਂ ਤੁਹਾਨੂੰ ਸੰਪਰਦਾ ਦੀ ਪ੍ਰਾਪਤੀ ਦੀਆਂ ਦੱਸੀਆਂ ਨੇ। ਮੈਨੂੰ ਕੋਈ ਖਿਮਾ ਕਰ ਦੇਵੇ ਔਰ ਮੈਨੂੰ ਦੱਸੇ ਕਿਸੇ ਜਥੇਬੰਦੀ ਦੇ ਕਿਸੇ ਜਥੇਦਾਰ ਦੀ ਇਹ ਤਾਂ 3 ਦੱਸ ਦਿੱਤੇ, ਸਾਰੀ ਸਤਿਕਾਰਯੋਗ ਨੇ ਕੁਰਬਾਨੀਆਂ ਕਿਉਂ ਹੈ। ਪਹਿਲੀ ਸ਼ਤਾਬਦੀ ਆਈ, 1 ਸਦੀ ਦਾ ਲੇਖਾ ਜੋਗਾ ਹੋਇਆ। ਹੁਣ ਪਹਿਲੀ ਸਦੀ ਦੇ ਅੰਦਰ ਗੁਰੂ ਆਪ ਹੀ ਮਹਾਨ ਸੀ ਤੇ ਗੁਰੂ ਆਪ ਹੀ ਮਹਾਨ ਸਿੱਖ ਸੀ, ਗੁਰੂ ਆਪ ਹੀ ਮਹਾਨ ਗੁਰੂ ਸੀ। ਦੂਜੀ ਸਦੀ ਦੇ ਅੰਦਰ ਜਦੋਂ ਲੇਖਾ ਜੋਖਾ ਹੋਇਆ,
ਤਾਂ ਉਹਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਆਇਆ। ਮਹਾਨ ਸਿੱਖ ਦਾ ਰੁਤਬਾ ਮਿਲਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ। ਤੀਸਰੀ ਸਦੀ ਦੇ ਅੰਦਰ ਲੇਖਾ ਜੋਗਾ ਹੋਇਆ। ਆਪਣੀ ਜ਼ਿੰਦਗੀ ਦੇ ਅੰਦਰ ਵਿਦਵਾਨਾਂ ਨੇ ਵਧਾਣੀ ਪਾ ਕੇ ਵਿਚਾਰ ਦੀ ਰਿੜਕਿਆ ਕਿ ਸਦੀ ਪੂਰੀ, ਇਸ ਸਦੀ ਦਾ ਮਹਾਨ ਸਿੱਖ ਦਾ ਰੁਤਬਾ ਕਿਹਨੂੰ ਦੇਣਾ ਹੈ। ਤਾਂ ਗੁਰੂ ਪਿਆਰਿਓ, ਫੈਸਲਾ ਫਿਰ ਸਰਬਸੰਮਤੀ ਨਾਲ ਕੀ ਹੋਇਆ ਕਿ ਜਿਹਦੇ ਵਿੱਚ ਸਾਰੇ ਗੁਣ, ਜਿਹਦੇ 'ਚ ਵਿਦਿਆ ਵੀ ਹੈ, ਜਿਹਦੇ 'ਚ ਭਗਤੀ ਵੀ ਹੈ, ਜਿਹਨੇ ਪੰਥ ਲਈ ਜੋੜਨ ਦਾ ਕੰਮ ਕੀਤਾ, ਜਿਹਨੇ ਕੁਰਬਾਨੀਆਂ ਕੀਤੀਆਂ, ਔਰ ਉਸ ਸਤਪੁਰਸ਼ ਦੀ ਐਡੀ ਵੱਡੀ ਕੁਰਬਾਨੀ ਹੈ, ਤਾਂ ਫਿਰ ਇਹ ਰੁਤਬਾ ਸਾਡੀ ਸਿੱਖ ਕੌਮ ਨੇ ਸਮੁੱਚੇ ਰੂਪ ਦੇ ਅੰਦਰ ਮਹਾਨ ਸਿੱਖ ਦਾ ਰੁਤਬਾ ਦਿੱਤਾ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਨੂੰ। ਇਹ ਮਹਾਨ ਸਿੱਖ ਦਾ ਰੁਤਬਾ ਸੰਤ ਗਿਆਨੀ ਜਰਨੈਲ ਸਿੰਘ ਜੀ ਜਿੱਥੇ ਸੰਪਰਦਾ ਦੇ ਮੁਖੀ, ਸੰਪਰਦਾ ਦਮਨੀ ਟਕਸਾਲ ਦੇ, ਉੱਥੇ ਉਹਨਾਂ ਨੇ ਬਾਬਾ ਦੀਪ ਸਿੰਘ ਸਾਹਿਬ ਦੀ ਉਸ ਜਥੇਦਾਰੀ ਦੀ ਜ਼ਿੰਮੇਵਾਰੀ ਨਿਭਾ ਕੇ ਦਿਖਾ ਦਿੱਤੀ ਕਿ ਲਓ ਬਾਬਾ ਜੀ, ਜੇ ਤੁਸਾਂ ਨਿਭਾਈ ਹੈ ਤਾਂ ਅਸਾਂ ਵੀ ਨਿਭਾ ਦਿੱਤੀ। ਇਸ ਕਰਕੇ ਭਾਈ ਸੰਪਰਦਾ ਦੀਆਂ, ਔਰ ਫਿਰ ਹਰ ਜਥੇਬੰਦੀ ਨਾਲ ਤਾਲਮੇਲ ਦੇਖਣਾ ਸਿਰਾ ਹੀ ਕਰ ਦਿੱਤਾ। ਅਖੰਡ ਕੀਰਤਨੀ ਜਥੇ ਦੇ ਸਿੰਘ ਔਰ ਟਕਸਾਲ ਦੇ ਸਿੰਘ ਇਕੱਠੇ ਹੋ ਕੇ 1978 ਦੇ ਵਿੱਚ ਗੁਰੂ ਡੰਮ ਦਾ ਮੁਕਾਬਲਾ ਕਰਨ ਵਾਸਤੇ ਗਏ ਤੇ ਗੋਲੀਆਂ ਨਾਲ ਭੁੰਨ ਦਿੱਤੇ। ਤੇ ਸਰਕਾਰ ਉਦੋਂ ਵੀ ਸਾਡੇ ਕਹਾਉਣ ਵਾਲਿਆਂ ਦੀ ਸੀ। ਪ੍ਰਾਹੁਣਿਆਂ ਵਾਂਗੂ ਬਚਾ ਕੇ ਵੀ ਇਹੀ ਲੈ ਕੇ ਗਏ ਸੀ ਇਹਨਾਂ ਦੇ ਮਿਨਿਸਟਰ। 13 ਸਿੰਘ ਸ਼ਹੀਦ ਹੋਏ ਦੋਨਾਂ ਜਥੇਬੰਦੀਆਂ ਦੇ। ਬਾਕੀ ਭਾਈ ਬੱਕਰੇ ਬੁਕਰੇ ਖਾਣ ਵਾਲਾ ਤਾਂ ਦਿਖਿਆ ਨਹੀਂ ਸੀ ਉਸ ਵੇਲੇ ਕੋਈ। ਇਹੀ ਕੁਰਬਾਨੀ ਰਹਿ ਗਈ ਵੀ ਬੱਕਰਾ ਖਾਓ, ਬਸ ਇਸ ਤੋਂ ਬਾਅਦ ਹੋਰ ਕੋਈ ਕੁਰਬਾਨੀ ਨਹੀਂ। ਇਹੀ ਸਿੱਖੀ ਹੁੰਦੀ ਹੈ। ਕਦੇ ਇਹ ਸੁਣੀ ਨਹੀਂ ਗੁਰੂ ਨਾਨਕ ਦੀ ਗੱਲ, ਅਸੰਖ ਗਲ ਵੱਢ ਹੱਤਿਆ ਕਮਾਏ, ਕਦੀ ਨਹੀਂ ਸੁਣੀ ਵੀ ਹੱਤਿਆ ਹੁੰਦੀ ਹੈ। ਕਿਤੇ ਦੇਖੋ ਹਾਜ਼ਰ ਗੁਰੂ ਕੀ ਕਹਿ ਰਿਹਾ ਹੈ। ਕਿਤੇ ਪੜ੍ਹੋ ਭਾਈ ਰਣਧੀਰ ਸਿੰਘ ਸਾਹਿਬ ਨੂੰ, ਜਿਨ੍ਹਾਂ ਨੇ ਉਸ ਵੇਲੇ ਲਾਸਾਨੀ ਵਿਦਵਾਨ ਦਾ, ਮਾਸ ਖਾਣ ਵਾਲੇ ਦਾ ਮੁਕਾਬਲਾ ਕੀਤਾ ਸਟੇਜ 'ਤੇ ਬਹਿ ਕੇ, ਤੇ ਫਿਰ ਰਿਜ਼ਲਟ ਆਊਟ ਹੋਇਆ ਸੀ। ਔਰ ਜੱਜਾਂ ਦੇ ਵਿੱਚ ਮਾਸ ਖਾਣ ਵਾਲਾ ਜੱਜ ਵੀ ਬਿਠਾਇਆ ਸੀ, ਤਾਂ ਕਿ ਇਹ ਨਾ ਹੋਵੇ ਇੱਕ ਪੱਕੀ ਫੈਸਲਾ ਹੈ। ਸਬੂਤ ਹੀ ਐਸੇ ਸੀ। ਖੈਰ ਮੇਰਾ ਇਹ ਵਿਸ਼ਾ ਨਹੀਂ। ਤੋ ਇਸ ਕਰਕੇ ਸਾਸੀ ਜਿਹੜੇ ਜਥੇਬੰਦੀਆਂ ਦੇ ਵਿੱਚ ਕੁਰਬਾਨੀਆਂ ਕਰਨ ਵਾਲੇ ਨੇ, ਉਹ ਭਾਵੇਂ ਨਿਹੰਗ ਸਿੰਘ ਜਥੇਬੰਦੀਆਂ, ਭਾਵੇਂ ਸਾਡੀਆਂ ਸੰਤ ਸੰਪਰਦਾ ਕਾਰਸੇ ਵਾਲੇ ਮਹਾਂਪੁਰਸ਼ਾਂ ਨੇ ਸਰੀਰ ਦੇ ਬਲੀਦਾਨ ਦਿੱਤੇ, ਸਾਤੋਂ ਭੁੱਲ ਨਹੀਂ ਸਕਦੇ ਉਹਨਾਂ ਨੇ। ਨਮਸਕਾਰ ਹੈ ਉਹਨਾਂ ਦੀਆਂ ਕੁਰਬਾਨੀਆਂ। ਪਰ ਜਿਹੜਾ ਕੱਲਾ ਸ਼੍ਰੋਮਣੀ ਕਮੇਟੀ ਦੀਆਂ ਰਸਤਾਂ ਲੈ ਕੇ ਖਾਣ ਨੂੰ ਇਹ ਸਿੱਖੀ ਸਮਝ ਲਈ, ਮੈਂ ਤਾਂ ਸਮਝਦਾ ਨਹੀਂ ਵੀ ਇਹ ਸਿੱਖੀ ਵਾਲੀ ਗੱਲ ਹੈ। ਜੇ ਸਰਸੇ ਵਾਲੇ ਨੇ ਸਾਡੇ ਬਾਪੂ ਦਾ ਲਿਬਾਸ ਪਾ ਕੇ ਸਾਡਾ ਦਿਲ ਚੀਰਿਆ, ਤਾਂ ਫਿਰ ਆਵਾਜ਼ ਕੌਣ ਉਠਾਏਗਾ? ਸਿੱਖ ਹੀ ਉਠਾਉਣਗੇ ਨਾ। ਜੇ ਅਸੀਂ ਆਵਾਜ਼ ਉਠਾਈ, ਗੋਲੀਆਂ ਮਾਰ ਕੇ ਭੁੰਨ ਦਿੱਤਾ, ਸ਼ਾਂਤਮਈ ਬੈਠਿਆਂ ਨੂੰ ਭੁੰਨ ਦਿੱਤਾ, ਔਰ ਸਾਡਿਆਂ ਨੇ ਭੁੰਨਿਆ, ਤੇ ਫਿਰ ਮੁੱਖ ਮੰਤਰੀ ਦਾ ਬਿਆਨ ਪੜ੍ਹੋ, ਆਖੇ ਜੀ ਅਣਪਛਾਤੇ ਪੁਲਿਸ ਵਾਲਿਆਂ ਦੀ ਗੋਲੀ ਤੋਂ ਸਿੰਘ ਸ਼ਹੀਦ ਹੋ ਗਏ। ਲਓ ਜੀ, ਪੁਲਿਸ ਵੀ ਅਣਪਛਾਤੀ ਹੋ ਗਈ, ਤੇ ਹੁਣ ਸਿਆਣ ਕਿਵੇਂ ਹੋ ਗਈ ਭਾਈ? ਉਹੀ ਪੁਲਿਸ ਹੈ, ਉਹੀ ਪੰਜਾਬ ਹੈ, ਸਰਕਾਰ ਹੀ ਬਦਲੀ ਹੈ। ਤੇ ਹੁਣ ਸ਼੍ਰੋਮਣੀ ਕਮੇਟੀ ਦੇ ਆਖੇ ਜੀ ਮਤਾ ਪਾ ਦਿਓ ਫਟਾਫਟ, ਨੌਕਰਾਂ ਤੇ ਜੋ ਮਰਜ਼ੀ ਕਰਾ ਲਓ। ਉਹ 14 ਜਿਹੜੇ ਨੌਕਰ ਬਹਾਲੇ ਹੋਏ ਉੱਥੇ, ਜਿਨ੍ਹਾਂ ਨੂੰ ਐਗਜ਼ੈਕਟਿਵ ਕਹਿੰਦੇ ਹੋ ਤੁਸੀਂ, ਉਹ ਤਾਂ ਤੁਹਾਡੇ ਨੌਕਰ, ਜੋ ਮਰਜ਼ੀ ਕਰੋ। ਉਹ ਤਾਂ ਕਹਿੰਦੇ ਦੇਖੋ ਜੀ ਸਾਹਿਬ, ਸਾਨੂੰ ਸਿਰਫ ਆ ਸਾਡੀ ਕੁਰਸੀ ਬਣੀ ਰਹੇ ਤੇ ਲਿਖਾ ਲਓ ਜੋ ਮਰਜ਼ੀ। ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਪਾੜਨ ਦੀ ਲੀਰੋ ਲੀਰ ਕਰਨ ਦਾ ਅੱਜ ਕਿਸੇ ਜੱਜ ਬਣ ਕੇ ਕਿਸੇ ਨਿਆਂ ਕੁਦਰਤ ਵੱਲੋਂ ਮਿਲਣ ਲੱਗਿਆ ਸਿੱਖਾਂ ਨੂੰ, ਤੇ ਫਿਰ ਆਹ ਜਮਾਤ ਇਹ ਸਿੱਖਾਂ ਦੀ ਜਮਾਤ ਕਹੂਗੀ, ਇਹ ਪ੍ਰਤੀਨਿਧੀ ਜਮਾਤ ਰਹੇਗੀ ਸਾਡੀ। ਕੌਣ ਕਹੂਗਾ ਇਹਨਾਂ ਨੂੰ? ਸ਼੍ਰੋਮਣੀ ਕਮੇਟੀ। ਆਉਣ ਵਾਲੇ ਸਮੇਂ ਦੇ ਵਿੱਚ ਹਿਸਾਬ ਸਿੱਖ ਕੌਮ ਨੇ ਕਰ ਲੈਣਾ ਹੈ, ਔਰ ਹੋਇਆ ਖੜਾ ਹੈ।
चल पई है उस लाइन ते, पापियां को मारने को पाप महाबली है। ਉਹ ਚਾਹੀਦਾ ਇਹ ਸੀ ਸ਼੍ਰੋਮਣੀ ਕਮੇਟੀ ਮਤਾ ਪਾਸ ਕਰਦੀ ਕਿ ਜੋ ਵੀ ਇਹ ਤਹਿ ਤੱਕ ਫਰੋਲ ਕੇ ਕਮਿਸ਼ਨ ਨੇ ਸਾਰੀ ਨੰਗੀ ਚਿੱਟੀ ਗੱਲ ਕੀਤੀ ਹੈ ਤੇ ਜੇ ਇਹ ਸੱਚੋ ਸੱਚ ਸਾਹਮਣੇ ਲੈ ਕੇ ਆਉਣਗੇ ਅਸੀਂ ਸਮਰਥਨ ਦੇਵਾਂਗੇ ਇਹਨਾਂ ਨੂੰ। ਯੋਗਦਾਨ ਸ਼੍ਰੋਮਣੀ ਕਮੇਟੀ ਪ੍ਰਤੀਨਿਧੀ ਜਮਾਤ ਹੈ, ਹੁਣ ਪ੍ਰਤੀਨਿਧੀ ਜਮਾਤ ਕਹਾਂਗੇ ਇਹਨਾਂ ਨੂੰ। ਇੱਕ ਬੰਦੇ ਦੇ ਉਂਗਲ ਤੇ ਐ ਨੱਚਦੀ ਹੈ ਸਾਰੀ ਸ਼੍ਰੋਮਣੀ ਕਮੇਟੀ। ਇੱਕ ਬੰਦਾ ਹੀ ਸਭ ਕੁਛ ਹੈ, ਉਹੀ ਅਕਾਲ ਤਖਤ ਦਾ ਜਥੇਦਾਰ ਹੈ, ਉਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਤੇ ਉਹੀ ਸਭ ਕੁਛ ਹੈ। ਉਹਨੂੰ ਸਿੰਘ ਸਾਹਿਬ ਕਹ ਲਓ ਤੇ ਉਹਨੂੰ ਅਕਾਲੀ ਦਲ ਦਾ ਪ੍ਰਧਾਨ ਕਹਿ ਲਓ, ਉਹਨੂੰ ਦੂਜੀ ਕੁਛ ਕਹਿ ਲਓ, ਸਾਰੇ ਉਹਦੇ ਕੋਲ ਹੀ ਨੇ, ਸਾਰੇ ਇਕੱਠੇ ਉਹਦੀ ਜੇਬ 'ਚ ਪਾਏ ਪਏ ਨੇ। ਜਿਹੜੇ ਉਹਦੇ ਨੂੰ ਜੇਬ 'ਚੋਂ ਮਰਜ਼ੀ ਕੱਢ ਕੇ ਦਿਖਾਲ ਦੇ ਵੀ ਲੈ ਜੀ, ਆ ਲੈ ਲਾ ਤੂੰ, ਮੇਰੀ ਜੇਬ 'ਚ ਪਾਇਆ ਹੋਇਆ ਹੈ। ਕਦੋਂ ਅਕਲ ਆਊਗੀ ਸਾਨੂੰ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਤਾਂ ਇਕੱਠੇ ਹੋ ਜਾਈਏ, ਬਾਕੀ ਤਾਂ ਚਲੋ ਮਤਭੇਦ ਹੋਣਗੇ ਆਪਣੇ ਆਪਣੇ ਥਾਂ ਤੇ, ਇਹ ਤਾਂ ਉਹ ਟਿਕਾਣਾ ਹੈ। ਤੇ ਰਾਤ ਰਾਤ ਲਾਟੂ ਦੀ ਤਰ੍ਹਾਂ ਘੁੰਮ ਜਾਣਾ ਤੇ ਫਿਰ ਸਿੱਖ ਕੌਣ ਕਹੂਗਾ? ਸਿੱਖ ਦੀ ਜ਼ੁਬਾਨ। ਥੋੜੇ ਜਿਹੇ ਪੈਸੇ 5, 7, 10 ਲੱਖ ਰੁਪਈਆ ਹੀ ਕਾਫੀ ਹੈ। ਉਹ ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਫੜਨ ਦੇ ਮੂਹਰੇ ਅੜੀਕਾਂ ਬਣਨ ਵਾਸਤੇ ਵੀ ਸਿੱਖ ਵੀ ਮੂਹਰੇ ਆਵੇ। ਦੇਖੋ ਸਰਕਾਰ ਤਾਂ ਚਾਹੁੰਦੀ ਨਹੀਂ ਸੀ ਵੀ ਇਹਨਾਂ ਨੂੰ, ਤਾਂ ਇਹ ਸੀ ਵੀ ਸਾਡੀ ਸਰਕਾਰ 5 ਸਾਲ ਲੰਘ ਜਾਣੇ, ਠੀਕ ਹੈ, ਪਹਿਲਾਂ ਦੇ ਲੰਘੇ ਸਾਡੇ ਵੀ ਲੰਘ ਜਾਣ। ਇਹ ਤਾਂ ਹੁਣ ਜਿਹੜਾ ਬਰਗਾੜੀ ਮੋਰਚਾ ਲੱਗਿਆ ਹੋਇਆ, ਕਿੰਨੇ ਦਿਨਾਂ ਦਾ ਲੱਗਿਆ ਹੋਇਆ, ਕਰਨ ਕੀ ਹੁਣ? ਉੱਠਦੇ ਨਹੀਂ ਉਹ ਧਿਆਨ ਸਿੰਘ ਮੰਡ ਬੈਠੇ ਨੂੰ ਮੋਰਚਾ ਲਾਈ, ਸੰਗਤਾਂ ਦਾ ਸਮਰਥਨ ਮਿਲ ਰਿਹਾ ਹੈ, ਨਿਆਂ ਲੈ ਕੇ ਹੀ ਉੱਠਣਗੇ। ਗੁਰੂ ਨੇ ਦੇਣਾ ਨਿਆਂ, ਔਰ ਮਿਲੇਗਾ, ਜ਼ਰੂਰ ਮਿਲੇਗਾ, ਅਵਸ਼ ਮਿਲੇਗਾ। ਤੇ ਗੁਰੂ ਕਿਰਪਾ ਕਰੇ ਟਕਸਾਲ ਦੀਆਂ, ਜਿਹੜਾ ਗੁਰੂ ਕਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬੋਲ ਨਹੀਂ ਸਕਦਾ, ਉਹਨੂੰ ਸਿੱਖ ਨਾ ਮੰਨੋ ਕਿ ਸਿੱਖ ਹੈ, ਸਿੱਖੀ ਨਹੀਂ ਉਹਦੇ ਪੱਲੇ ਰਹੀ। ਜੇ ਉਹ ਦਰਦ ਨਹੀਂ ਨਾ ਉੱਠਿਆ, ਦਰਦ ਉੱਠਣਾ ਚਾਹੀਦਾ ਹੈ, ਕਿਉਂਕਿ ਸਾਡੇ ਸਭ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ। ਗੁਰੂ ਕਿਰਪਾ ਕਰੇ ਟਕਸਾਲ ਦੇ ਜਥੇਦਾਰਾਂ ਦੀ, ਟਕਸਾਲ ਦੀਆਂ ਕੁਰਬਾਨੀਆਂ, ਇਹਦੇ ਸਾਹਿਤ ਦੇ ਵਿੱਚ ਜਿਹੜਾ ਕੰਮ ਕੀਤਾ, ਸਮੁੱਚੇ ਰੂਪ ਦੇ ਵਿੱਚ ਜੋ ਕੁਛ ਵੀ ਗੁਰੂ ਨੇ ਕਹਾਇਆ, ਇਹਦੇ ਵਿੱਚ ਕਿਸੇ ਕੋਈ ਸ਼ਬਦ ਗਲਤ ਕਿਹਾ ਗਿਆ ਹੋਵੇ, ਉਹ ਮੈਨੂੰ ਗੁਰੂ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨੀ। ਜਥੇਬੰਦੀ ਨੂੰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੇਰਾ ਆਪਣਾ ਪਰਿਵਾਰ, ਸਾਰਾ ਸਿੱਖ ਜਗਤ ਤੇਰਾ ਹੈ, ਔਰ ਟਕਸਾਲ ਤੂੰ ਆਪਣੇ ਹੱਥੀਂ ਤੋਰੀ ਹੈ ਦਾਤਾ ਜੀ, ਕਿਰਪਾ ਕਰਨੀ। ਸਮੇਂ ਦੇ ਹਾਲਾਤ ਬਹੁਤੇ ਵਧੀਆ ਨਹੀਂ ਰਹੇ ਤੇਰੀ ਤੋਰੀ ਹੋਈ ਜਥੇਬੰਦੀ ਦੇ, ਇਹਦੇ 'ਤੇ ਮੁੜ ਕਿਰਪਾ ਕਰ, ਕਿਤੇ ਸੰਤ ਜਰਨੈਲ ਸਿੰਘ ਜੀ ਮੁੜ ਕੇ ਪ੍ਰਗਟ ਹੋ ਜਾਣ, ਇਹੋ ਜਿਹੇ ਸੂਰਬੀਰ ਯੋਧੇ ਤੇ ਮੁੜ ਕੇ ਪੰਥ ਨੂੰ ਇਕੱਠਾ ਕਰ ਦੇਣ। ਇਹੀ ਅਰਦਾਸ ਹੈ। ਇਹੋ ਜਿਹੀ ਸ਼ਕਤੀ ਵਾਲੇ ਸ਼ਖਸ ਤੋਂ ਬਿਨਾਂ ਸਾਡਾ ਪੰਥ ਇਕੱਠਾ ਹੋਣ ਵਾਲਾ ਨਹੀਂ। ਗੁਰੂ ਕਿਰਪਾ ਕਰੇ। ਆਓ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।